आप लिहो तुम कथा सुधारी। सतनाम श्री वाहिगुरु साहिब जीओ। जिम गुर हुक्म जथो चित दीना, तिम बहाने अर संगत कीना। एक दिन मह श्री हर गोविंद, बैठे दिपत संगता बृंद। वाहिगुरु जी का खालसा वाहिगुरु जी की फतेह। परम सन्मान जो गुरु की साजी नवाजी, गुरु रूप गुरु खालसा साध संगत जी, आप जी अत्यंत वਡਭਾਗੇ हो। गुरु के चरणों ਵਿੱਚ ਹਾਜ਼ਰੀਆਂ ਭਰ ਕੇ, ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਗੁਰੂ ਕੀ ਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਹਰ ਰੋਜ਼ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰ ਰਹੇ ਹੋ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ, ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਪਰਉਪਕਾਰੀ ਪਾਤਸ਼ਾਹ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਅਕਾਲ ਚਲਾਣੇ ਤੋਂ ਪਹਿਲਾਂ ਰਮਦਾਸ ਪਹੁੰਚ ਗਏ ਔਰ ਬਾਬਾ ਜੀ ਨੇ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਕਰਦਿਆਂ ਪੰਜ ਭੂਤਕ ਚੋਲਾ ਤਿਆਗ ਕੇ ਬ੍ਰਹਮ ਅਵਸਥਾ ਪ੍ਰਾਪਤ ਕਰ ਲਈ, ਬ੍ਰਹਮਲੀਨ ਹੋ ਗਏ। ਔਰ ਬਾਬਾ ਜੀ ਦਾ ਅੰਤਮ ਸੰਸਕਾਰ ਕਰਨ ਤੋਂ ਬਾਅਦ 13 ਦਿਨ ਛੇਵੇਂ ਪਾਤਸ਼ਾਹ ਜੀ ਗੁਰਬਾਣੀ ਦਾ ਪ੍ਰਵਾਹ ਚਲਾਉਂਦੇ ਰਹੇ। ਭਾਈ ਗੁਰਦਾਸ ਜੀ ਨੇ ਸਾਰਾ ਪਾਠ ਕੀਤਾ, ਭੋਗ ਪਾਇਆ ਗਿਆ, ਬੇਅੰਤ ਲੰਗਰ ਸੰਗਤਾਂ ਨੂੰ ਛਕਾਏ ਗਏ ਔਰ ਭਾਈ ਗੁਰਦਾਸ ਜੀ ਵਰਗੇ ਗੁਰਬਾਣੀ ਦੇ ਪਾਠੀਆਂ ਦੀ, ਗੁਰੂ ਕੇ ਕੀਰਤਨੀਆਂ ਦੀ ਬਹੁਤ ਸੇਵਾ ਕੀਤੀ। ਐਸੀ ਮਰਜ਼ਾਦਾ ਗੁਰੂ ਸਾਹਿਬ ਬਣਾ ਰਹੇ ਸਨ ਜਿਹੜੀ ਆਉਣ ਵਾਲੇ ਸਮੇਂ ਸਿੱਖ ਕਰਦੇ ਰਹਿਣ ਅਤੇ ਸਿੱਖੀ ਨਾਲ ਜੁੜੇ ਰਹਿਣ। ਸਾਧ ਸੰਗਤ ਜੀ, ਇਹ ਪਰੰਪਰਾਵਾਂ ਹਨ, ਗੁਰੂ ਨੇ ਚਲਾਈਆਂ। ਜੇ ਆਪਾਂ ਕਰਦੇ ਰਹਾਂਗੇ ਤਾਂ ਸਿੱਖੀ ਨਾਲ ਜੁੜੇ ਰਹਾਂਗੇ। ਇਹਨਾਂ ਪਰੰਪਰਾ ਨੂੰ ਛੱਡ ਦਿਆਂਗੇ, ਨਾ ਘਰ ਦੇ ਨਾ ਘਾਟ ਦੇ, ਫਿਰ ਸਾਡਾ ਕੋਈ ਹਾਲ ਨਹੀਂ। ਗੁਰੂ ਸਾਹਿਬ ਨੇ ਪਾਠ ਗੁਰੂ ਗ੍ਰੰਥ ਸਾਹਿਬ ਦਾ ਕਰਵਾਇਆ, ਸਾਰਾ ਪਾਠ ਆਪ ਵੀ ਸੁਣਿਆ। ਭਾਈ ਭਾਨਾ ਜੀ, ਭਾਈ ਝੰਡਾ ਜੀ, ਭਾਈ ਜਲਾਲ ਜੀ, ਹੋਰ ਜਿਹੜੇ ਬਾਬਾ ਬੁੱਢਾ ਜੀ ਦੇ ਬੱਚੇ ਪੋਤੇ ਪੜੋਤੇ ਸਭ ਨੇ ਸੁਣਿਆ। ਇਸ ਤਰ੍ਹਾਂ ਇਹ ਮਰਜ਼ਾਦਾ ਕਾਇਮ ਹੋਈ। ਸੋ ਇਸ ਤੋਂ ਬਾਅਦ ਸਾਰੀ ਮਰਜ਼ਾਦਾ ਕਰਨ ਤੋਂ ਬਾਅਦ ਜਦੋਂ ਭੋਗ ਪੈ ਗਿਆ, ਗੁਰੂ ਜੀ ਨੇ ਖੁਸ਼ੀ ਵਿੱਚ ਬਿਲਾਵਲ ਰਾਗ, ਫਿਰ ਕਿਉਂਕਿ ਇੱਥੋਂ ਤੱਕ ਬੈਰਾਗ ਬਣਿਆ ਹੋਇਆ ਸੀ, ਬੈਰਾਗ ਦੀ ਸਮਾਪਤੀ ਹੋ ਗਈ। ਹੁਣ ਫਿਰ ਜਿਹੜਾ ਬਿਲਾਵਲ ਦਾ, ਕਿਉਂਕਿ ਸੰਸਾਰ ਇਵੇਂ ਹੀ ਚੱਲਦਾ, ਇੱਕ ਪਾਸੇ ਗਮੀ ਹੈ, ਇੱਕ ਪਾਸੇ ਖੁਸ਼ੀ ਹੈ। ਸੰਸਾਰ ਦਾ ਪ੍ਰਵਾਹ ਅਨਾਦਿ ਚੱਲਿਆ ਆ ਰਿਹਾ। ਸੋ ਇਸ ਤਰ੍ਹਾਂ ਗੁਰੂ ਸਾਹਿਬ ਨੇ ਮਰਿਆਦਾ ਬੰਨ੍ਹੀ ਸਾਰੀ। ਕੀਰਤਨ ਦੀ ਵੀ ਮਰਿਆਦਾ ਹੈ, ਕਿਹੜੇ ਸਮੇਂ ਕਿਹੜਾ ਰਾਗ ਗਾਣਾ, ਕਿਹੜਾ ਸ਼ਬਦ ਪੜ੍ਹਨਾ, ਇਹ ਸਾਰੀਆਂ ਰੀਤਾਂ ਗੁਰੂ ਸਾਹਿਬ ਨੇ ਕਾਇਮ ਕੀਤੀਆਂ। ਸੋ ਇਸ ਤੋਂ ਅਗਲੀ ਕਥਾ ਪ੍ਰੇਮ ਨਾਲ ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਮ ਗੁਰ ਹੁਕਮ ਜਥੋ ਚਿਤ ਦੀਨਾ। ਜਿਸ ਤਰ੍ਹਾਂ ਮਹਾਰਾਜ ਜੀ ਨੇ, ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਹੁਕਮ ਦਿੱਤਾ, ਤਿਮ ਬਹਾਨੇ ਅਰ ਸੰਗਤ ਕੀਨਾ। ਭਾਈ ਭਾਨਾ ਜੀ ਅਤੇ ਸਾਰੀ ਸੰਗਤ ਨੇ ਉਸੇ ਤਰ੍ਹਾਂ ਹੀ ਕੀਤਾ ਹੈ। ਇੱਕ ਦਿਨ ਮਹਿ ਸ਼੍ਰੀ ਹਰ ਗੋਬਿੰਦ। ਇੱਕ ਦਿਨ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਦਿਪਤ ਸੰਗਤਾ ਬ੍ਰਿੰਦ। ਸੰਗਤਾਂ 'ਚ ਦੀਵਾਨ ਲਾਈ ਬੈਠੇ ਹਨ। ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ ਰਹੀਆਂ ਹਨ। ਇੱਕ ਅੰਗਨਾ ਤਿਹ ਛਿਨ ਆਈ। ਉਸ ਵੇਲੇ ਇੱਕ ਬੀਬੀ ਜਿਹਦੀ ਉਮਰ 40-45 ਸਾਲ ਟੱਪ ਚੁੱਕੀ ਸੀ, ਉਹ ਗੁਰੂ ਦੇ ਦਰਬਾਰ ਵਿੱਚ ਹਾਜ਼ਰ ਹੋਈ ਹੈ। ਉੱਚੀ ਧੁਨ ਸੋ ਬਿਨੈ ਸੁਨਾਈ। ਤੇ ਭਰੇ ਦੀਵਾਨ 'ਚ ਮਾਈ ਨੇ ਹੱਥ ਜੋੜ ਲਏ ਤੇ ਬੀਬੀ ਉੱਚੀ ਆਵਾਜ਼ ਵਿੱਚ, ਲੁਕ ਛਿਪ ਕੇ ਨਹੀਂ, ਉਹਨੇ ਭਰੇ ਦੀਵਾਨ ਵਿੱਚ ਅਰਦਾਸ ਕੀਤੀ ਹੈ। ਹਾਂਜੀ, ਸੁਨੋ ਗੁਰੂ ਹਮ ਬਸਤੇ ਪੱਟੀ। ਕਹਿਣ ਲੱਗੀ, ਸੱਚੇ ਪਾਤਸ਼ਾਹ ਮੈਂ ਪੱਟੀ ਤੋਂ ਆਈ ਹਾਂ, ਪੱਟੀ ਦੀ ਰਹਿਣ ਵਾਲੀ ਹਾਂ।
ਦੇਸਾਂ ਨਾਮ ਜਾਤ ਕੀ ਜੱਟੀ। ਮੈਂ ਜਾਤ ਦੀ ਜੱਟੀ ਹਾਂ, ਜੱਟਾਂ ਦੀ ਧੀ ਹਾਂ, ਜੱਟਾਂ ਦੇ ਘਰ ਵਿਆਹੀ ਹਾਂ, ਤੇ ਦੇਸਾਂ ਮੇਰਾ ਨਾਮ ਹੈ। ਕੁਲ ਸਿੱਧੂ ਮਹਿਮੋ ਕਹ ਵਿਆਹੀ। ਮੇਰੇ ਸਹੁਰੇ ਸਿੱਧੂ ਗੋਤ ਦੇ ਜੱਟ ਹਨ, ਸੁਨ ਮੈਂ ਜਸ ਸਿੱਧੂਆਂ ਵਿੱਚ ਵਿਆਹੀ ਹਾਂ। ਸੁਨ ਜਸ ਬਹੁ ਆਈ ਤੁਮ ਪਾਹੀ। ਮਹਾਰਾਜ ਤੁਹਾਡੀ ਸੋਭਾ ਸੁਣ ਕੇ ਆਈ ਹਾਂ, ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ। ਧੰਨ ਗੁਰੂ ਨਾਨਕ ਦਾ ਘਰ ਸਾਰਿਆਂ ਤੋਂ ਵੱਡਾ ਹੈ, ਸਭ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਨ ਵਾਲਾ ਬਾਬਾ। ਮੈਂ ਮਹਾਰਾਜ ਗੁਰੂ ਛੇਵੇਂ ਪਾਤਸ਼ਾਹ ਜੀ ਤੁਹਾਡੇ ਚਰਨਾਂ ਵਿੱਚ ਬੜੀ ਆਸ ਲੈ ਕੇ ਆਈ ਹਾਂ। ਆਸਾ ਵੰਤਨ ਕੀ ਨਿਤ ਆਸਾ। ਮਹਾਰਾਜ ਤੁਸੀਂ ਆਪਣੇ ਕੋਲ ਆਏ ਹੋਏ ਸ਼ਰਧਾਲੂਆਂ ਦੀ ਸ਼ਰਧਾ ਪੂਰੀ ਕਰਦੇ ਹੋ, ਆਸਾਵੰਤਾਂ ਦੀ ਆਸ ਪੂਰੀ ਕਰਦੇ ਹੋ। ਆਸਾਵੰਤੀ ਆਸ ਗੁਸਾਈ ਪੂਰੀ ਹੈ। ਹੇ ਸੱਚੇ ਪਾਤਸ਼ਾਹ ਮੇਰੀ ਆਸਾ ਪੂਰੀ ਕਰੋ। ਪੁਰਵਤ ਹੋ ਰਾਵਰ ਪਰਵਾਸਾ। ਮੈਨੂੰ ਇਹ ਭਰੋਸਾ ਹੈ ਤੁਸੀਂ ਸਭ ਦੀ ਆਸਾ ਪੂਰੀ ਕਰਦੇ ਹੋ। ਪੁੱਤਰ ਨਹੀਂ ਉਪਜਤ ਹੈ ਮੇਰੇ। ਮਹਾਰਾਜ ਮੇਰਾ ਦੁਖੜਾ ਸੁਣੋ, ਮੇਰੇ ਘਰ ਪੁੱਤਰ ਨਹੀਂ ਹੁੰਦਾ, ਉਮਰ ਵੱਡੀ ਹੋ ਗਈ ਹੈ। ਮਹਾਰਾਜ ਦੁਨੀਆ ਮਿਹਣੇ ਮਾਰਦੀ ਹੈ। ਮਹਾਰਾਜ ਸਹੁਰੇ ਪਰਿਵਾਰ ਦੇ ਸ਼ਰੀਕੇ ਵਾਲੀਆਂ ਸ਼ਰੀਕਣਾਂ ਵੀ ਹੁਣ ਗੱਲਾਂ ਕਰਦੀਆਂ ਨੇ ਕਿ ਇਹ ਦੇਸਾਂ ਦੇ ਘਰ ਤੇ ਬੱਚਾ ਹੋਣਾ ਹੀ ਕੋਈ ਨਹੀਂ। ਹਾਂਜੀ ਹਾਰੀ ਕਰ ਉਪਚਾਰ ਕਨੇਰੇ। ਮਹਾਰਾਜ ਮੈਂ ਬੜੇ ਉਪਚਾਰ ਕੀਤੇ ਨੇ, ਬੜੇ ਇਲਾਜ ਕੀਤੇ ਨੇ, ਬੜੀਆਂ ਦਵਾਈਆਂ ਖਾਧੀਆਂ ਨੇ, ਤੇ ਬੜੇ ਬੜੇ ਪੀਰਾਂ ਫਕੀਰਾਂ ਦੀਆਂ ਮੈਂ ਚੌਂਕੀਆਂ ਵੀ ਭਰੀਆਂ ਨੇ, ਕਿਉਂਕਿ ਮਾਂ ਬਣਨ ਵਾਸਤੇ, ਇਸਤਰੀ ਮਾਂ ਬਣਨ ਵਾਸਤੇ ਹਰ ਤਰ੍ਹਾਂ ਦੇ ਜਫਰ ਜਾਲਦੀ ਹੈ। ਮੇਰੀ ਕੁੱਖ ਹਰੀ ਹੋ ਜਾਵੇ, ਮੇਰੀ ਗੋਦ ਵਿੱਚ ਮੇਰਾ ਲਾਲ, ਮੇਰਾ ਪੁੱਤਰ, ਮੇਰਾ ਬੱਚਾ ਖੇਡੇ, ਇਹ ਹਰ ਇੱਕ ਇਸਤਰੀ ਦੀ ਤਮੰਨਾ ਹੁੰਦੀ ਹੈ। ਹਾਂਜੀ ਅਬ ਸਮੀਪ ਤੁਮਰੇ ਚਲ ਆਈ। ਮਹਾਰਾਜ ਮੈਂ ਦੁਨੀਆ ਦੇ ਸਾਰੇ ਹੀਲੇ ਕਰਕੇ ਥੱਕ ਗਈ ਹਾਂ, ਨਿਰਾਸ਼ ਹੋ ਗਈ ਹਾਂ, ਕਿਸੇ ਪਾਸਿਓਂ ਖੈਰ ਨਹੀਂ ਮਿਲੀ। ਵੈਦਾਂ ਹਕੀਮਾਂ ਡਾਕਟਰਾਂ ਦੀਆਂ ਦਵਾਈਆਂ ਵੀ ਕੁਛ ਨਹੀਂ ਕਰ ਸਕੀਆਂ, ਤੇ ਬਾਬਿਆਂ ਦੀਆਂ ਚੌਂਕੀਆਂ ਭਰ ਕੇ ਵੀ ਮੇਰੀ ਕੋਈ ਆਸ ਪੂਰੀ ਨਹੀਂ ਹੋਈ। ਦੇਹੋ ਸੁਤ ਮੋਹ ਕਹੋ ਲਖਸ਼ਰ ਨਾਈ। ਇਹ ਸੱਚੇ ਪਾਤਸ਼ਾਹ ਹੁਣ ਮੈਂ ਹਾਰ ਕੇ ਤੇਰੀ ਸ਼ਰਨ ਜਾਈ ਹਾਂ, ਤੇ ਮੇਰੀ ਝੋਲੀ 'ਚ ਇੱਕ ਪੁੱਤਰ ਦੀ ਦਾਤ ਪਾ ਦੇ, ਮੈਨੂੰ ਮਾਂ ਬਣਾ ਦੇ, ਬਸ ਮੇਰੇ ਤੇ ਇੰਨੀ ਕਿਰਪਾ ਕਰ ਦੇ। ਸ਼੍ਰੀ ਹਰਗੋਬਿੰਦ ਸੁਨਤ ਉਚਾਰਾ। ਇੱਦਾਂ ਦੀਵਾਨ ਸਜਿਆ ਸੀ, ਸੰਗਤ ਬੈਠੀ ਸੀ। ਇਸ ਬੀਬੀ ਨੇ ਹੱਥ ਜੋੜ ਕੇ ਜਦੋਂ ਅਰਦਾਸ ਕੀਤੀ ਨਾ, ਤੇ ਸੱਚੇ ਪਾਤਸ਼ਾਹ ਉਹਦੀ ਅਰਦਾਸ ਸੁਣ ਕੇ ਬੋਲੇ। ਲਿਖਿਓ ਨਹੀਂ ਸੁਤ ਤੋ ਹਿਲ ਲਾਰਾ। ਮੱਥਾ ਪੜ੍ਹ ਲਿਆ ਮਾਈ ਦਾ, ਕਹਿਣ ਲੱਗੇ ਮਾਈ ਤੇਰੇ ਮੱਥੇ 'ਤੇ ਪੁੱਤਰ ਲਿਖਿਆ ਹੀ ਕੋਈ ਨਹੀਂ, ਤੇਰੇ ਕਰਮਾਂ 'ਚ ਪੁੱਤਰ ਨਹੀਂ, ਇਸ ਕਰਕੇ ਨਹੀਂ ਹੋਇਆ ਕਿਉਂਕਿ ਜੋ ਵਾਹਿਗੁਰੂ ਨੇ ਕਿਸੇ ਦੇ ਕਰਮਾਂ 'ਚ ਲਿਖਿਆ ਹੁੰਦਾ ਉਹਨੂੰ ਮਿਲ ਜਾਂਦਾ, ਜੇ ਨਾ ਲਿਖਿਆ ਹੋਵੇ ਨਹੀਂ ਮਿਲਦਾ। ਸੁਨਤ ਉਦਾਸ ਪਹੀ ਸਹਿ ਚਿੰਤਾ। ਇੱਦਾਂ ਗੁਰੂ ਸਾਹਿਬ ਦਾ ਜਵਾਬ ਹੋ ਗਿਆ। ਮਾਂ ਬਣਨ ਦੀ ਆਸ ਲੈ ਕੇ ਆਈ ਹੋਈ ਉਹ ਮਾਈ ਨਿਰਾਸ਼ ਹੋ ਗਈ, ਚਿੰਤਾ 'ਚ ਪੈ ਗਈ, ਲਖਿਓ ਭਾਗ ਮਮ ਨਹਿ ਸੁਤਵੰਤਾ। ਬੜੀ ਜ਼ਿਆਦਾ ਦੁਖੀ ਹੋਈ, ਬਹੁਤ ਜ਼ਿਆਦਾ ਨਿਰਾਸ਼ ਹੋਈ। ਗੁਰੂ ਸਾਹਿਬ ਨੇ ਸਾਫ਼ ਜਵਾਬ ਤਾ ਬਈ ਤੇਰੇ ਘਰ ਦੇ ਪੁੱਤਰ ਲਿਖਿਆ ਹੀ ਕੋਈ ਨਹੀਂ, ਹੋਣਾ ਕਿੱਥੋਂ ਹੈ। ਉਹ ਨਿਰਾਸ਼ ਹੋ ਕੇ ਮੁੜੀ ਹੈ। ਬਹੁਤ ਬਸੂਰਤ ਕਿਸ ਥਲ ਬੈਸੀ। ਤੇ ਉਹ ਨਾ ਝੂਰਦੀ ਹੋਈ, ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ। ਜਦੋਂ ਗੁਰੂ ਤੇ ਆਸ ਲੈ ਕੇ ਆਈ ਸੀ, ਆਸ ਪੂਰੀ ਨਹੀਂ ਹੋਈ, ਤੇ ਝੂਰਦੀ ਹੋਈ ਨਾ ਪਿੱਛੇ ਜਾ ਕੇ ਕਿਤੇ ਗੁਰੂ ਦੇ ਦਰਬਾਰ ਤੋਂ ਬਾਹਰ ਨਿਕਲ ਕੇ ਕਿਤੇ ਬੈਠ ਗਈ। ਦੇਖੀ ਚਰਤ ਗੁਰਦਾਸ ਹੈ ਤੈਸੀ। ਤੇ ਭਾਈ ਗੁਰਦਾਸ ਜੀ ਦੀ ਨਿਗਾਹ ਪੈ ਗਈ। ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਦੀ ਬੜੀ ਨਿਗਾਹ ਤੇਜ਼ ਸੀ। ਉਹਨਾਂ ਨੇ ਵੇਖਿਆ ਮਾਈ ਵਿਚਾਰੀ ਬਹੁਤ ਦੁਖੀ ਹੋ ਗਈ ਹੈ, ਉਦਾਸ ਬੈਠੀ ਹੈ। ਦੁਖੀ ਜਾਨ ਬੂਝੀ ਕਿਆ ਭਇਓ। ਤੇ ਭਾਈ ਗੁਰਦਾਸ ਜੀ ਕਿਤੋਂ ਕੋਲੋਂ ਲੰਘ ਰਹੇ ਸਨ, ਉਹ ਰੋ ਰਹੀ ਸੀ। ਤੇ ਰੋਂਦੀ ਨੂੰ ਵੇਖ ਕੇ ਭਾਈ ਸਾਹਿਬ ਪੁੱਛਦੇ ਨੇ ਮਾਈ ਕਿਉਂ ਰੋਂਦੀ ਹੈ। ਕਿਉਂ ਸਚਿੰਤ ਮਨ ਆਪਣੋ ਕੀਓ। ਤੂੰ ਫਿਰ ਚਿੰਤਾ 'ਚ ਪਈ ਹੈ, ਕੋਈ ਤੈਨੂੰ ਕੋਈ ਤਕਲੀਫ ਹੈ, ਕੋਈ ਪਰੇਸ਼ਾਨੀ ਹੈ
ਜੋ ਤੂੰ ਰੋ ਰਹੀ ਹੈ। ਤੀਨ ਸਗਰੀ ਕਥਾ ਸੁਨਾਈ। ਮਾਈ ਰੋਂਦੀ ਰੋਂਦੀ ਕਹਿਣ ਲੱਗੀ ਭਾਈ ਸਾਹਿਬ ਜੀ ਨੂੰ ਕਿ ਬਾਬਾ ਜੀ ਮੈਂ ਬੜੀ ਦੁਖੀ ਹਾਂ, ਮੈਂ ਕੋਈ ਦਵਾਈ ਕੋਈ ਇਲਾਜ ਨਹੀਂ ਛੱਡਿਆ ਅਤੇ ਕੋਈ ਬਾਬਾ ਸੰਤ ਫਕੀਰ ਹਿੰਦੂ ਮੁਸਲਮਾਨ ਡੇਰੇਦਾਰ ਬਾਬਾ ਜਿੱਥੇ ਮੈਂ ਦੁਆ ਨਹੀਂ ਕਰਾਈ, ਅਰਦਾਸ ਨਹੀਂ ਕਰਾਈ। ਮੇਰੇ ਘਰ ਇੱਕ ਪੁੱਤਰ ਹੋ ਜਾਵੇ ਇਹਦੇ ਵਾਸਤੇ ਮੈਂ ਹਰ ਤਰ੍ਹਾਂ ਦੇ ਜਪ ਤਪ ਕੀਤੇ ਹਨ, ਪਰ ਮੈਨੂੰ ਰੱਬ ਨੇ ਪੁੱਤਰ ਨਹੀਂ ਦਿੱਤਾ। ਅੱਜ ਮੈਂ ਗੁਰੂ ਕੋਲ ਆਈ ਸੀ ਅਤੇ ਗੁਰੂ ਨੇ ਵੀ ਜਵਾਬ ਦੇ ਦਿੱਤਾ ਹੈ। ਹਾਂਜੀ, ਸੋ ਤਿਹਿਤ ਮਮ ਸਤਿਗੁਰ ਟਿਗ ਆਈ। ਮੈਂ ਪੁੱਤਰ ਵਾਸਤੇ ਗੁਰੂ ਸਾਹਿਬ ਦੇ ਕੋਲ ਆਈ ਸੀ ਮੁਸਕਾਵਤ ਮੁਖ ਤੇ ਫੁਰਮਾਇਓ। ਤੇ ਗੁਰੂ ਸਾਹਿਬ ਨੇ ਅੱਗੋਂ ਮੁਸਕਰਾ ਕੇ ਕਹਿ ਦਿੱਤਾ, ਫਰਮਾ ਦਿੱਤਾ ਹੈ, ਲਿਖਿਓ ਨ ਤਵ ਮਸਤਕ ਦ੍ਰਿਸ਼ਟਾਇਓ। ਮਾਈ ਤੇਰੇ ਕਰਮਾਂ 'ਚ ਤੇ ਪੁੱਤਰ ਹੀ ਕੋਈ ਨਹੀਂ, ਤੇਰੇ ਮੱਥੇ 'ਚ ਲਿਖਿਆ ਹੀ ਕੋਈ ਨਹੀਂ, ਹੋਣਾ ਕਿੱਥੋਂ ਹੈ। ਗੁਰੂ ਨੇ ਵੀ ਜਵਾਬ ਦੇ ਦਿੱਤਾ ਹੈ, ਭਾਵ ਹੁਣ ਮੇਰੇ ਕਰਮਾਂ 'ਚ ਪੁੱਤਰ ਹੋ ਨਹੀਂ ਸਕਦਾ, ਕਿਉਂਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ, ਸਾਰਿਆਂ ਤੋਂ ਵੱਡੇ ਤਾਂ ਗੁਰੂ ਸਾਹਿਬ ਨੇ। ਜੇ ਗੁਰੂ ਸਾਹਿਬ ਨੇ ਜਵਾਬ ਦੇਤਾ ਤਾਂ ਹੋਰ ਹੁਣ ਮੈਂ ਕਿੱਥੇ ਜਾਵਾਂਗੀ। ਦੀਨ ਬਾਤ ਸੁਣ ਕੇ ਤਬ ਪਹਾਈ। ਭਾਈ ਗੁਰਦਾਸ ਜੀ ਉਸ ਮਾਈ ਦੀ ਦੁਖੀ ਦਰਦ ਦੀ ਆਵਾਜ਼ ਸੁਣ ਕੇ ਦਇਆ 'ਚ ਆ ਗਏ। ਪੁੱਤਰ ਲੈਣ ਕੀ ਸਿੱਖ ਸੁਖਾਈ। ਤੇ ਸਾਧ ਸੰਗਤ ਜੀ, ਜਿਹੜਾ ਕੰਮ ਕੋਈ ਨਹੀਂ ਨਾ ਕਰ ਸਕਦਾ ਦੁਨੀਆ ਤੇ, ਉਹ ਗੁਰੂ ਕੇ ਸਿੱਖ ਕਰ ਸਕਦੇ ਹੈ। ਇਸੇ ਕਰਕੇ ਬਾਣੀ ਚਾਹੁੰਦਾ ਨਾ, ਪੰਡਤ ਗੁਣੀ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਜਿਨ੍ਹਾਂ ਦੇ ਅੰਦਰ ਗੁਰੂ ਦੀ ਭਗਤੀ ਹੈ ਉਹਨਾਂ ਨੂੰ ਸਾਰੀਆਂ ਜੁਗਤੀਆਂ ਆਉਂਦੀਆਂ, ਸਾਰੇ ਢੰਗ ਆਉਂਦੇ ਹੈ। ਭਾਈ ਸਾਹਿਬ ਗੁਰਦਾਸ ਜੀ ਉਸ ਬੀਬੀ ਨੂੰ ਪੁੱਤਰ ਲੈਣ ਦੀ ਸਿੱਖਿਆ ਦੇਣ ਲੱਗੇ ਹਨ। ਅਬ ਕੇ ਜਾਹੋ ਹਰ ਸੁਤ ਆਸ। ਮਾਈ ਨਿਰਾਸ਼ ਨਾ ਹੋ, ਹੁਣ ਮਨ ਵਿੱਚ ਆਸ ਲੈ ਕੇ ਜਾ ਪੱਕੀ ਵੀ ਐਤਕੀ ਕੰਮ ਬਣ ਜਾਏਗਾ। ਕਿਉਂਕਿ ਸਾਧ ਸੰਗਤ ਜੀ, ਸਾਡੇ ਵਿਸ਼ਵਾਸ ਨੂੰ ਫਲ ਲੱਗਦਾ। ਜੇ ਵਿਸ਼ਵਾਸ ਨਾਲ ਅਰਦਾਸ ਕਰੀਏ ਤਾਂ ਅਰਦਾਸ ਬਿਰਥੀ ਨਹੀਂ ਜਾਂਦੀ। ਮਾਈ ਐਤਕੀ ਜਾਈ, ਪਰ ਜਾਈ ਪੂਰੇ ਭਰੋਸੇ ਨਾਲ ਵੀ ਐਤਕੀ ਮੈਂ ਖਾਲੀ ਮੁੜਨਾ ਹੀ ਨਹੀਂ, ਲੈ ਕੇ ਹੀ ਆਉਣਾ ਪੁੱਤਰ। ਹਾਂਜੀ, ਲੇਹੋ ਕਲਮ ਰਸ਼ਨਾਈ ਪਾਸ। ਪਰ ਇੱਕ ਗੱਲ ਕਰੀ, ਇੱਕ ਕਾਗਜ਼ ਕਲਮ ਤੇ ਦਵਾਤ ਲੈ ਕੇ ਜਾਈ, ਸਿਆਹੀ ਲੈ ਕੇ ਜਾਈ, ਕਲਮ ਲੈ ਕੇ ਜਾਈ ਤੇ ਕਾਗਜ਼ ਦਾ ਟੁਕੜਾ ਲੈ ਕੇ ਜਾਈ। ਜਬ ਗੁਰ ਕਹਿ ਲਿਖਿਓ ਨਹਿ ਤੇਰ। ਤੇ ਆਖੀ ਮਹਾਰਾਜ ਮੈਨੂੰ ਪੁੱਤਰ ਦਿਓ। ਤੇ ਜਦੋਂ ਕਹਿਣਗੇ ਵੀ ਤੇਰੇ ਕਰਮਾਂ 'ਚ ਲਿਖਿਆ ਕੋਈ ਨਹੀਂ, ਤਬ ਇਮ ਕਹੋ ਕਰ ਕਲਮ ਅਗੇਰ। ਤੇ ਆਹ ਕਲਮ ਦਵਾਤ ਤੇ ਕਾਗਜ਼ ਅੱਗੇ ਕਰਕੇ ਆਖ ਦਵੀਂ, ਲਿਖਨ ਹਾਰ ਇਤ ਉਤ ਤੁਮ ਸਾਰੇ। ਮਹਾਰਾਜ ਲਿਖਣਾ ਤੇ ਤੁਸੀਂ ਸੀ, ਉੱਥੇ ਨਹੀਂ ਲਿਖਿਆ ਇੱਥੇ ਲਿਖ ਦਿਓ। ਲਿਖਣ ਵਾਲੇ ਤੇ ਤੁਸੀਂ ਹੋ, ਇੱਥੇ ਵੀ ਤੁਸੀਂ ਲਿਖਣ ਵਾਲੇ ਹੋ, ਉੱਥੇ ਵੀ ਤੁਸੀਂ ਲਿਖਣ ਵਾਲੇ ਹੋ। ਦੋਵਾਂ ਜਹਾਨਾਂ ਦੇ ਮਾਲਕ, ਵਾਲੀਏ ਦੋ ਜਹਾਨ। ਵਾਲੀਏ ਦੋ ਜਹਾਨ ਦਾ ਮਤਲਬ ਹੈ ਵੀ ਇੱਥੋਂ ਦੇ ਵੀ ਤੇ ਉੱਥੋਂ ਦੇ ਵੀ ਮਾਲਕ ਤੁਸੀਂ ਹੋ। ਤਹ ਨ ਲਿਖਿਓ ਜੇ ਭਾਗ ਹਮਾਰੇ। ਇਹ ਮਹਾਰਾਜ ਉੱਥੇ ਜਦੋਂ ਮੇਰੀ ਕਿਸਮਤ ਲਿਖਣ ਲੱਗੇ, ਤੁਸੀਂ ਨਹੀਂ ਲਿਖਿਆ ਮੇਰੀ ਕਿਸਮਤ ਵਿੱਚ ਪੁੱਤਰ। ਕਿਰਪਾ ਕਰੋ ਤਬ ਅਬ ਲਿਖ ਦੀਜੈ। ਤੇ ਆ ਲਓ ਮਹਾਰਾਜ, ਹੁਣ ਕੀ ਵਿਗੜ ਗਿਆ, ਹੁਣ ਲਿਖ ਦਿਓ ਜੋ ਦੇ ਨਹੀਂ ਲਿਖਿਆ ਮੇਰੇ ਕਰਮਾਂ ਵਿੱਚ। ਸ਼ਰਨਾਗਤ ਲਖ ਆਸ ਪੁਰੀਜੈ। ਮੈਂ ਤੁਹਾਡੀ ਸ਼ਰਨ ਵਿੱਚ ਆਈ ਹਾਂ ਤੇ ਮੇਰੀ ਆਸਾ ਪੂਰੀ ਕਰ ਦਿਓ ਸੱਚੇ ਪਾਤਸ਼ਾਹ ਜੀ। ਸੁਨ ਤ੍ਰਿਯ ਹਿਤ ਕੀ ਸਿਖਿਆ ਧਰੀ। ਉਹ ਮਾਈ ਨੂੰ ਭਾਈ ਗੁਰਦਾਸ ਦੀ ਗੱਲ ਜੱਚ ਗਈ, ਉਹਦਾ ਵਿਸ਼ਵਾਸ ਵੱਜ ਗਿਆ ਵੀ ਆਹ ਗੱਲ ਠੀਕ ਹੈ, ਇੱਦਾਂ ਕੰਮ ਬਣ ਸਕਦਾ। ਜੇ ਗੁਰੂ ਸਾਹਿਬ ਨੂੰ ਮੈਂ ਲਿਖਵਾ ਲਵਾਂ ਉਹਨਾਂ ਕੋਲੋਂ, ਉਹ ਲਿਖ ਦੇਣ, ਫਿਰ ਨਹੀਂ ਦੁਨੀਆ ਦੀ ਤਾਕਤ ਮੈਥੋਂ ਕੋਈ ਪੁੱਤਰ ਖੋਹ ਲਵੇ। ਪੁੱਤਰ ਜ਼ਰੂਰ ਹੋਵੇਗਾ। ਇਹ ਆਸ ਲੈ ਕੇ ਅਗਲੇ ਦਿਵਸ ਤਥਾ ਬਿਦ ਕਰੀ। ਮਾਈ ਨੇ ਅਗਲੇ ਦਿਨ ਉਸੇ ਤਰ੍ਹਾਂ ਕਰ ਲਿਆ। ਉਹਨੇ ਕਿਤੋਂ ਕਲਮ ਦਵਾਤ ਸਿਆਹੀ ਮੰਗਾ ਲਈ ਤੇ ਤਿਆਰੀ ਕਰ ਲਈ। ਬੀਤੀ ਨਿਸ ਪ੍ਰਭਾਤ ਹੋਏ ਆਈ। ਮਾਈ ਸਾਰੀ ਰਾਤ ਸੋਚਦੀ ਰਹੀ, ਕੱਲ ਮੈਂ ਮਹਾਰਾਜ ਦੇ ਕੋਲ ਜਾਣਾ ਤੇ ਸੱਚੇ ਪਾਤਸ਼ਾਹ ਨੂੰ ਕਹਿਣਾ ਵੀ ਇੱਕ ਪੁੱਤਰ ਮੇਰੇ ਕਰਮਾਂ 'ਚ ਲਿਖ ਦਿਓ। ਹਾਂਜੀ, ਹਿਤ ਅਖੇਰ ਤਿਆਰੀ ਕਰਵਾਈ। ਇੱਧਰ ਸੱਚੇ ਪਾਤਸ਼ਾਹ ਜੀ ਸ਼ਿਕਾਰ ਦੀ ਤਿਆਰੀ ਕਰਵਾ ਰਹੇ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਸਵਾਰ ਹੋ ਕੇ ਫੌਜਾਂ ਨੂੰ ਨਾਲ ਲੈ ਕੇ ਸ਼ਿਕਾਰੀ ਕੁੱਤੇ, ਬਾਜ, ਸ਼ਿਕਰੇ,
ਇਹ ਲੈ ਕੇ ਤੇ ਮਹਾਰਾਜ ਸ਼ਿਕਾਰ ਨੂੰ ਚੜੇ ਨੇ। ਬਸਤਰ ਸ਼ਸਤਰ ਸਤਿਗੁਰ ਸਭ ਧਾਰੇ, ਮਹਾਰਾਜ ਬਸਤਰ ਸ਼ਸਤਰ ਸਜਾ ਕੇ ਤਿਆਰ ਬਰ ਤਿਆਰ ਕਮਰ ਕਸਾ ਕਰਕੇ ਹੈ ਸਜੀਨ ਕੇ ਲੀਨ ਹਕਾਰੇ। ਮਹਾਰਾਜ ਸੋਹਣੇ ਘੋੜੇ ਤੇ ਸਵਾਰ ਹੋਏ ਨੇ। ਚੜੇ ਸੁਭਟ ਸ਼ੁਭ ਆਯੁਧ ਧਾਰੀ, ਸ਼ਸਤਰ ਧਾਰੀ ਸੂਰਮੇ ਜੋਧੇ ਨਾਲ ਚੜੇ ਨੇ। ਬਾਜ ਕੁਹੀ ਸਵਾਨਨ ਕਰ ਤਿਆਰੀ, ਬਾਜ ਕੁਹੀ ਸ਼ਿਕਾਰੀ ਕੁੱਤੇ ਨਾਲ ਤਿਆਰ ਕਰ ਲਏ ਨੇ। ਹੈ ਅਰੂੜ ਸ਼੍ਰੀ ਹਰਿ ਗੋਬਿੰਦ, ਆਪ ਹਜੂਰ ਘੋੜੇ ਤੇ ਚੜੇ ਨੇ ਸਵਾਰ ਹੋਏ ਨੇ। ਚੱਲੇ ਪਿਛਾਰੀ ਜੋਧਾ ਬ੍ਰਿੰਦ, ਪਿੱਛੇ ਫੌਜਾਂ ਜੋਧੇ ਗੁਰੂ ਕੇ ਭਾਈ ਬਿਧੀ ਚੰਦ ਵਰਗੇ ਸੂਰਮੇ ਸਵਾਰ ਹੋਏ ਨੇ। ਸਨੇ ਸਨੇ ਤਬ ਪ੍ਰੇਰਿਤ ਰੰਗ, ਸਹਿਜੇ ਸਹਿਜੇ ਘੋੜੇ ਨੂੰ ਤੋਰਿਆ ਹੈ। ਨਿਕਸਨ ਲਗੇ ਗ੍ਰਾਮ ਭਟ ਸੰਗ, ਜਦੋਂ ਪਿੰਡ ਤੋਂ ਬਾਹਰ ਨਿਕਲਣ ਲੱਗੇ ਨੇ ਫੌਜਾਂ ਸਮੇਤ ਸ਼ਿਕਾਰ ਨੂੰ ਜਾਣ ਲੱਗੇ ਨੇ। ਸੋਤਰੀਏ ਤਬ ਪਹੁੰਚੀ ਉਹ ਉਤਲਾਪ, ਮਾਈ ਆ ਗਈ ਬੜੀ ਕਾਹਲੀ ਨਾਲ। ਉਹਨੇ ਕਲਮ ਦਵਾਤ ਫੜੀ ਹੋਈ ਕਾਗਜ਼ ਦਾ ਟੁਕੜਾ ਨਾਲ, ਤੇ ਉਹ ਤੇ ਭੱਜੀ ਭੱਜੀ ਆ ਕੇ ਅੱਗੋਂ ਦੀ ਟੱਕਰ ਗਈ। ਹਾਂਜੀ, ਆਗੇ ਭਈ ਪ੍ਰਭੂ ਜਿਤ ਜਾਵਤ, ਆਹਾ ਸੱਚੇ ਪਾਤਸ਼ਾਹ ਜਿੱਧਰ ਜਾ ਰਹੇ ਸੀ ਅੱਗੋਂ ਦੀ ਆ ਕੇ ਘੋੜੇ ਦੇ ਸਾਹਮਣੇ ਖਲੋ ਗਈ ਗੁਰੂ ਗਰੀਬ ਨਿਵਾਜ ਕਿਰਪਾਲਾ। ਤੇ ਮਹਾਰਾਜ ਦੇ ਘੋੜੇ ਦੀ ਵਾਗ ਫੜ ਲਈ। ਕਹਿਣ ਲੱਗੀ, ਹੇ ਗੁਰੂ ਗਰੀਬ ਨਵਾਜ, ਹੇ ਕਿਰਪਾਲੂ, ਹੇ ਸੱਚੇ ਪਾਤਸ਼ਾਹ, ਹਾਂਜੀ ਪੁਰਵ ਸੁਤ ਕੀ ਆਸ ਬਿਸਾਲਾ, ਮੈਨੂੰ ਇੱਕ ਪੁੱਤਰ ਦੀ ਆਸ ਹੈ। ਇੱਕ ਪੁੱਤਰ ਦੇ ਦਿਓ, ਇਸ ਨਿਮਾਣੀ ਨੂੰ ਮਾਣ ਦੇ ਦਿਓ, ਇਸ ਨਿਆਸਰੀ ਨੂੰ ਆਸਰਾ ਦੇ ਦਿਓ। ਇੱਕ ਪੁੱਤਰ ਮੇਰੀ ਝੋਲੀ ਚ ਪਾ ਦਿਓ। ਜਸ ਸੁਨ ਚਲੀ ਦੂਰ ਤੇ ਆਈ, ਮੈਂ ਬੜਾ ਜਸ ਸੁਣਿਆ ਤੁਹਾਡਾ। ਮੈਂ ਸੁਣਿਆ ਵੀ ਤੇਰੇ ਬੂਹੇ ਤੋਂ ਕਦੀ ਕੋਈ ਖਾਲੀ ਮੁੜਿਆ ਹੀ ਨਹੀਂ। ਤੇਰੇ ਦਰ ਤੇ ਕੋਈ ਵੀ ਸਵਾਲੀ ਆਇਆ ਉਹ ਖਾਲੀ ਨਹੀਂ ਗਿਆ। ਉਹਦੀਆਂ ਪਾਤਸ਼ਾਹ ਤੂੰ ਝੋਲੀਆਂ ਭਰਦਾ, ਮੇਰੀ ਵੀ ਝੋਲੀ ਭਰ। ਇੱਕ ਪੁੱਤਰ ਦੀ ਦਾਤ ਮੈਨੂੰ ਬਖਸ਼ ਦਿਓ। ਤੁਮ ਸਮਰੱਥ ਕੀ ਮੈਂ ਸ਼ਰਨਾਈ, ਤੁਸੀਂ ਸਮਰੱਥ ਹੋ, ਵੱਡੇ ਹੋ, ਮਾਲਕ ਹੋ। ਸਭ ਦੁਨੀਆ ਆਸਾਂ ਲੈ ਕੇ ਆਉਂਦੀ ਹੈ। ਜੋ ਮੰਗੇ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਮੇਰੇ ਮਾਲਕ, ਉਹ ਜੋ ਵੀ ਕੋਈ ਮੰਗਦਾ ਹੈ ਉਹਨੂੰ ਮਿਲਦਾ ਹੈ। ਮੁਸਕਾਵਤ ਸਤਿਗੁਰ ਤਬ ਪਿਖਿਓ, ਤੇ ਸਾਧ ਸੰਗਤ ਜੀ, ਮਹਾਰਾਜ ਛੇਵੇਂ ਪਾਤਸ਼ਾਹ ਮੁਸਕਰਾ ਪਏ ਤੇ ਮੁਸਕਰਾ ਕੇ ਮਾਈ ਵੱਲ ਵੇਖਿਆ। ਤੋਹੇ ਭਾਗ ਮਹਿ ਨਹਿ ਸੁਤ ਲਿਖਿਓ, ਹੱਸ ਕੇ ਕਹਿੰਦੇ, ਮਾਤਾ ਤੈਨੂੰ ਕੱਲ ਵੀ ਕਿਹਾ ਸੀ, ਤੇਰੇ ਭਾਗਾਂ 'ਚ ਰੱਬ ਨੇ ਪੁੱਤਰ ਲਿਖਿਆ ਕੋਈ ਨਹੀਂ। ਤਬ ਤ੍ਰੀ ਅਵਸਰ ਪਾਇਓ ਨੀਕਾ, ਉਹ ਮਾਈ ਜਿਵੇਂ ਭਾਈ ਗੁਰਦਾਸ ਨੇ ਪੜ੍ਹਾਇਆ ਸੀ, ਉਹਨੂੰ ਸਿਖਾਇਆ ਸੀ। ਸਿੱਖਿਆ ਹੀ ਤਾਰਦੀ ਹੈ ਤੇ ਸਿੱਖਿਆ ਹੀ ਡੋਬਦੀ ਹੈ। ਸਾਧ ਸੰਗਤ ਜੀ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਹ ਦੁਨੀਆ 'ਚ ਜੋ ਵੀ ਤੁਸੀਂ ਬਣੇ ਹੋ ਨਾ, ਤੁਹਾਡੇ 'ਚ ਕੋਈ ਡਾਕਟਰ ਬਣਿਆ, ਕੋਈ ਇੰਜੀਨੀਅਰ ਬਣਿਆ, ਕੋਈ ਵਕੀਲ ਬਣਿਆ, ਕੋਈ ਜੱਜ ਬਣਿਆ, ਕੋਈ ਬਿਜ਼ਨਸਮੈਨ ਬਣਿਆ, ਕੋਈ ਰਾਜਨੀਤਿਕ ਲੀਡਰ ਬਣਿਆ, ਕੋਈ ਕੁਛ ਬਣਿਆ। ਜੋ ਤੁਹਾਨੂੰ ਸਿੱਖਿਆ ਮਿਲੀ ਤੁਸੀਂ ਉਹ ਬਣਿਓ। ਆਖੋ ਸ੍ਰੀ ਵਾਹਿਗੁਰੂ। ਜੇ ਕੋਈ ਚੋਰ ਵੀ ਬਣਿਆ ਤੇ ਉਹਨੂੰ ਚੋਰੀ ਦੀ ਸਿੱਖਿਆ ਮਿਲੀ ਤੇ ਚੋਰ ਬਣਿਆ। ਕੋਈ ਡਾਕੂ ਬਣਿਆ, ਉਹਨੂੰ ਡਾਕੂ ਦੀ ਸਿੱਖਿਆ ਮਿਲੀ, ਉਹ ਡਾਕੂ ਬਣਿਆ। ਕੋਈ ਸਾਧੂ ਬਣਿਆ ਤੇ ਉਹਨੂੰ ਸਾਧੂ ਪੁਣੇ ਦੀ ਸਿੱਖਿਆ ਤਾਰ ਦਿੰਦੀ ਹੈ। ਸਿੱਖਿਆ ਡੋਬ ਦਿੰਦੀ ਹੈ। ਚੰਗੀ ਸਿੱਖਿਆ ਤਾਰ ਦਿੰਦੀ ਹੈ, ਮਾੜੀ ਡੋਬ ਦਿੰਦੀ ਹੈ। ਭਾਈ ਗੁਰਦਾਸ ਨੇ ਸਿੱਖਿਆ ਹੀ ਬੜੀ ਟ੍ਰੇਨਿੰਗ ਹੀ ਬੜੀ ਪੱਕੀ ਦਿੱਤੀ ਹੋਈ ਸੀ। ਮਾਈ ਜਦੋਂ ਮਹਾਰਾਜ ਕਹਿੰਦੇ ਤੇਰੇ ਕਰਮਾਂ 'ਚ ਲਿਖਿਆ ਨਹੀਂ, ਮਾਈ ਨੂੰ ਮੌਕਾ ਮਿਲ ਗਿਆ ਗੱਲ ਕਰਨ ਦਾ। ਹਾਂਜੀ, ਚਲ ਆਗੇ ਹੋਏ ਪ੍ਰਭੂ ਨਜੀਕਾ, ਚੱਲ ਕੇ ਹੋਰ ਨੇੜੇ ਹੋ ਗਈ। ਗੁਰੂ ਸਾਹਿਬ ਦੇ ਘੋੜੇ ਦੇ ਬਿਲਕੁਲ ਨੇੜੇ ਆ ਗਈ। ਕਰ ਮਹਿ ਲੀਏ ਕਲਮ ਰੁਸ਼ਨਾਈ, ਉਹ ਕਲਮ ਦਵਾਤ ਤੇ ਕਾਗਜ਼ ਦਾ ਟੁਕੜਾ ਜਿਹੜਾ ਹੱਥ 'ਚ ਲਿਆ ਹੋਇਆ ਸੀ, ਭਨੀ ਬਿਨੈ ਸੋ ਕਰ ਅਗਵਾਈ। ਹਾਂ, ਅੱਗੇ ਹੋ ਕੇ ਕਹਿਣ ਲੱਗੀ, ਸੱਚੇ ਪਾਤਸ਼ਾਹ, ਇਤ ਉਤ ਲਿਖਨ ਹਾਰ ਹੋ ਰਾਵਰ, ਇੱਥੇ ਵੀ ਤੁਸੀਂ ਲਿਖਣ ਵਾਲੇ ਹੋ, ਉੱਥੇ ਵੀ ਤੁਸੀਂ ਲਿਖਣ ਵਾਲੇ ਹੋ। ਮੇਰੇ ਕਰਮਾਂ 'ਚ ਨਹੀਂ ਲਿਖਿਆ ਪੁੱਤਰ, ਤੇ ਮੇਰਾ ਕੀ ਕਸੂਰ ਆ ਲਿਖਿਆ ਤੇ ਤੁਸੀਂ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਲਿਖਣਾ ਤੇ ਤੁਸੀਂ ਸੀ ਨਾ ਮਹਾਰਾਜ, ਜੇ ਤੁਸੀਂ ਨਹੀਂ ਲਿਖਿਆ ਉੱਥੇ। ਜੇ ਨਾ ਲਖ ਹੈ ਇਮ ਸੇ ਨਰ ਬਾਵਰ, ਮਹਾਰਾਜ ਜਿਨ੍ਹਾਂ ਬੰਦਿਆਂ ਨੂੰ ਇੰਨੀ ਸਮਝ ਨਹੀਂ ਨਾ, ਜਿਨ੍ਹਾਂ ਬੰਦਿਆਂ ਨੂੰ ਇੰਨੀ ਅਕਲ ਨਹੀਂ ਵੀ ਇੱਥੇ ਵੀ ਲਿਖਣ ਵਾਲੇ ਗੁਰੂ ਸਾਹਿਬ, ਉੱਥੇ ਵੀ ਲਿਖਣ ਵਾਲੇ ਗੁਰੂ ਸਾਹਿਬ, ਉਹ ਬੰਦੇ ਨਹੀਂ, ਉਹ ਡੰਗਰ ਹੀ ਹਨ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗੀ, ਉਹ ਬੌਲੇ ਝੱਲੇ ਹਨ, ਮੂਰਖ ਹਨ, ਜਿਨ੍ਹਾਂ ਨੂੰ ਇੰਨਾ ਵੀ ਨਹੀਂ ਪਤਾ ਵੀ ਲਿਖਣ ਵਾਲੇ ਤਾਂ ਘੋੜੇ 'ਤੇ ਸਵਾਰ ਬੈਠੇ ਨੇ, ਆ ਖੜੇ ਨੇ ਸਾਹਮਣੇ। ਬਸ ਤੁਸੀਂ ਮਹਾਰਾਜ ਲਿਖਣਾ,
ਤੇ ਹੁਣ ਮੈਨੂੰ ਭੁਲੇਖੇ ਨਾ ਪਾਓ ਤੇ ਲਿਖ ਦਿਓ। ਤਹ ਨਹਿ ਲਿਖਿਓ ਆਪਨੇ ਜੇਈ। ਜੇ ਆਪ ਜੀ ਨੇ ਉੱਥੇ ਮੇਰੇ ਕਰਮਾਂ 'ਚ ਪੁੱਤਰ ਨਹੀਂ ਲਿਖਿਆ, ਮੇਰੀ ਕਿਸਮਤ 'ਚ ਪੁੱਤਰ ਨਹੀਂ ਲਿਖਿਆ ਸੱਚੇ ਪਾਤਸ਼ਾਹ, ਕਿਰਪਾ ਧਾਰ ਅਬ ਲਿਖ ਦੇ ਹੋਸਈ। ਲਓ ਮਹਾਰਾਜ ਆ ਫੜੋ ਕਲਮ ਤੇ ਇੱਥੇ ਮੇਰੀ ਕਿਸਮਤ 'ਚ ਲਿਖ ਦਿਓ ਇੱਕ ਪੁੱਤਰ। ਤੁਹਾਨੂੰ ਕੀ ਘਾਟਾ ਪੈ ਚੱਲਿਆ? ਤੁਹਾਡਾ ਖਜ਼ਾਨਾ ਕਿਹੜਾ ਛੋਟਾ ਸੱਚੇ ਪਾਤਸ਼ਾਹ, ਬੇਅੰਤ ਖਜ਼ਾਨਿਆਂ ਦੇ ਮਾਲਕ ਹੋ ਤੁਸੀਂ। ਇੱਕ ਪੁੱਤਰ ਦੇ ਦਿਓ, ਮੇਰੀ ਝੋਲੀ 'ਚ ਪਾ ਦਿਓ। ਬਿਕਸੇ ਪ੍ਰਭ ਜੁਗਤ ਕੋ ਜਾਨਾ। ਮਹਾਰਾਜ ਹੱਸ ਪਏ, ਪ੍ਰਸੰਨ ਹੋਏ, ਜਾਣ ਗਏ ਵੀ ਮਾਈ ਤੇ ਪੂਰੀ ਜੁਗਤੀ ਵਾਲੀ ਹੈ। ਮਾਈ ਨੂੰ ਢੰਗ ਹੈ ਗੁਰੂਆਂ ਕੋਲੋਂ, ਸਾਧੂਆਂ ਕੋਲੋਂ, ਮਹਾਂਪੁਰਸ਼ਾਂ ਕੋਲੋਂ ਦਾਤ ਲੈਣੀ ਹੋਵੇ ਕਿਵੇਂ ਲਈਦੀ ਹੈ। ਸ਼ਰਧਾਵਾਨ ਦੀ ਝੋਲੀ ਭਰਦੀ ਹੈ ਸਾਧ ਸੰਗਤ ਜੀ। ਨਾਸਤਕ ਬੰਦੇ ਦੀ ਝੋਲੀ ਇੱਥੇ ਵੀ ਖਾਲੀ, ਉੱਥੇ ਵੀ ਖਾਲੀ, ਤੇ ਸ਼ਰਧਾਵਾਨ ਦੀ ਝੋਲੀ ਇੱਥੇ ਵੀ ਭਰੀ, ਉੱਥੇ ਵੀ ਭਰੀ। ਸ਼ਰਧਾਵਾਨਮ ਲੱਭਤੇ ਗਿਆਨਮ, ਸ਼ਰਧਾਵਾਨ ਨੂੰ ਗਿਆਨ, ਬ੍ਰਹਮ ਗਿਆਨ ਤੱਕ ਪ੍ਰਾਪਤ ਹੋ ਜਾਂਦਾ ਹੈ। ਪੁੱਤਰ ਧੀਆਂ ਤੇ ਵੱਡੀ ਚੀਜ਼ ਹੀ ਕੋਈ ਨਹੀਂ, ਸਭ ਕੁਝ ਮਿਲਦਾ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਜਾਣ ਗਏ ਕਿ ਮਾਈ ਪੂਰਨ ਸ਼ਰਧਾਵਾਨ ਪ੍ਰੇਮ ਵਾਲੀ ਹੈ। ਹੋਏ ਸੁਤ ਤੇਰੇ ਬਾਕ ਬਖਾਨਾ। ਤੇ ਹੱਸ ਕੇ ਕਹਿਣ ਲੱਗੇ ਚੰਗਾ ਫਿਰ ਤੇਰੇ ਘਰ ਪੁੱਤਰ ਹੋ ਜਾਏਗਾ, ਚਿੰਤਾ ਨਾ ਕਰ। ਸੁਨ ਦੇਸਾਂ ਕਹਿਸ ਦੇਹੋ ਪ੍ਰਤੀਤ। ਮਾਈ ਕਹਿਣ ਲੱਗੀ ਮਹਾਰਾਜ ਪੱਕਾ ਭਰੋਸਾ ਦਵਾਓ ਪਹਿਲਾਂ। ਆਖੋ ਸ੍ਰੀ ਵਾਹਿ, ਮੈਨੂੰ ਤੇ ਵਿਸ਼ਵਾਸ ਹੁਣ ਤਾਂ ਆਵੇਗਾ। ਲਿਖੋ ਗੁਰੂ ਤਬ ਹੋਏ ਥਿਰ ਚੀਤ। ਜੇ ਲਿਖ ਕੇ ਦਿਓਗੇ ਨਾ, ਕਿਉਂਕਿ ਬੰਦਾ ਜ਼ਬਾਨ ਕੀਤੀ ਤੇ ਭਾਵੇਂ ਮੁੱਕਰ ਜੇ, ਲਿਖ ਕੇ ਦਿੱਤਾ ਮੁੱਕਰ ਨਹੀਂ ਸਕਦਾ। ਹੁਣ ਫਿਰ ਲਿਖ ਕੇ ਦਿਓ। ਤੁਸੀਂ ਕਿਹਾ ਸੀ ਨਾ ਲਿਖਿਆ ਨਹੀਂ, ਤੇ ਹੁਣ ਲਿਖਣ ਵਾਲੇ ਤੁਸੀਂ ਹੋ। ਤੇ ਸੱਚੇ ਪਾਤਸ਼ਾਹ ਲਿਖ ਦਿਓ, ਮੇਰਾ ਮਨ ਟਿਕ ਜਾਏਗਾ। ਤੁਸੀਂ ਕਹਿ ਦਿੱਤਾ ਪੁੱਤਰ ਦਾ ਮੇਰੇ ਘਰ ਹੋ ਜਾਣਾ, ਪਰ ਲਿਖ ਕੇ ਦਿਓ। ਹੁਣ ਮੈਂ ਬਿਨਾਂ ਲਿਖਾਏ ਨਹੀਂ ਜਾਣਾ। ਇਹ ਕਾਗਜ਼ ਕਲਮ ਦਵਾਤ ਇਸੇ ਕਰਕੇ ਲੈ ਆਈ ਹਾਂ। ਇਹ ਪ੍ਰਸੰਨ ਗੁਰ ਲਿਖਣ ਸੋ ਲਾਗੇ। ਪ੍ਰਸੰਨ ਹੋਏ ਮਹਾਰਾਜ, ਕਹਿਣ ਲੱਗੇ ਲਿਆ ਮਾਈ ਲਿਖ ਦਿੰਦੇ ਆ। ਘੋੜੇ ਤੇ ਚੜੇ ਸੱਚੇ ਪਾਤਸ਼ਾਹ ਜੀ ਕਲਮ ਸੱਜੇ ਹੱਥ ਵਿੱਚ ਫੜ ਲਈ, ਕਾਗਜ਼ ਦਾ ਟੁਕੜਾ ਖੱਬੇ ਹੱਥ ਵਿੱਚ, ਤੇ ਲਿਖਣ ਲੱਗੇ ਹਨ। ਗਹੀ ਕਲਮ ਹੈ ਚਾਲਤ ਆਗੇ। ਤੇ ਸਾਧ ਸੰਗਤ ਜੀ ਜਦੋਂ ਕਲਮ ਉੱਤੇ ਲਾਣ ਲੱਗੇ ਨਾ, ਕਾਗਜ਼ ਦੇ ਏਕਾ ਪਾਣਾ ਸੀ। ਪੰਜਾਬੀ ਦਾ ਏਕਾ ਜਿਹੜਾ ਹੈ ਉਹ ਤੁਸੀਂ ਵੇਖਿਆ, ਉੱਤੋਂ ਗੋਲ ਕੁੰਡੀ ਪਾ ਕੇ ਫਿਰ ਥੱਲੇ ਲੈਣ ਖਿੱਚੀ ਜਾਂਦੀ। ਇੱਕ ਓੰਕਾਰ ਗੁਰਬਾਣੀ 'ਚ ਤੁਸੀਂ ਪੜ੍ਹਦੇ ਹੀ ਹੋ ਕਿੱਦਾਂ ਲਿਖਿਆ। ਇੱਕ ਜਿੱਦਾਂ ਇੱਕ ਓੰਕਾਰ ਤੋਂ ਪਹਿਲਾਂ ਏਕਾ ਲਿਖਿਆ, ਸੱਚੇ ਪਾਤਸ਼ਾਹ ਇਉਂ ਏਕਾ ਪਾਉਣ ਲੱਗੇ ਤੇ ਥੱਲਿਓਂ ਘੋੜਾ ਹਿੱਲ ਗਿਆ। ਹਾਂਜੀ, ਕਰਨ ਇਕਾਂਗ ਚਹਿਓ ਕਰ ਹਾਲਾ। ਏਕਾ ਲਿਖਣ ਲੱਗੇ ਤੇ ਸਾਧ ਸੰਗਤ ਜੀ ਘੋੜੇ ਨੇ ਇਦਾਂ ਪੌੜ ਉਠਾ ਲਿਆ ਤੇ ਥੋੜਾ ਜਿਹਾ ਹੱਥ ਹਿੱਲ ਗਿਆ ਸੱਚੇ ਪਾਤਸ਼ਾਹ ਦਾ। ਸਾਤਾ ਲਿਖਿਓ ਗਇਓ ਤਿਸ ਕਾਲਾ। ਉਹ ਜਿਹੜੀ ਏਕੇ ਦੀ ਘੁੰਡੀ ਬੰਦ ਹੋਣੀ ਸੀ ਨਾ, ਉਹ ਬੰਦ ਨਹੀਂ ਹੋਈ, ਖੁੱਲੀ ਰਹਿ ਗਈ ਤੇ ਬਣ ਗਿਆ ਸਾਤਾ। ਇੱਕ ਦੀ ਥਾਂ ਤੇ ਸਾਤਾ ਲਿਖਿਆ ਗਿਆ। ਭਇਓ ਅੰਕ ਸਤਿਗੁਰ ਢਿਗ ਹੇਰਾ। ਮਹਾਰਾਜ ਨੇ ਵੇਖਿਆ ਵੀ ਲਿਖਣ ਤੇ ਅਸੀਂ ਇੱਕ ਲੱਗੇ ਸੀ, ਇਹ ਤੇ 7 ਬਣ ਗਿਆ ਹੈ। ਬਹੁ ਪ੍ਰਸੰਨ ਬੋਲੇ ਤਿਸ ਬੇਰਾ। ਤੇ ਬਹੁਤ ਹੀ ਪ੍ਰਸੰਨ ਹੋਏ ਤੇ ਹੱਸ ਕੇ ਕਹਿਣ ਲੱਗੇ ਇੱਕ ਸੁਤ ਹੇਤ ਗਹੀ ਸ਼ਰਨਾਈ। ਮਾਈ ਤੂੰ ਤੇ ਇੱਕ ਪੁੱਤਰ ਲੈਣ ਆਈ ਸੀ, ਇੱਕ ਪੁੱਤਰ ਵਾਸਤੇ ਗੁਰੂ ਦੀ ਸ਼ਰਨ ਪਈ ਸੀ। ਅੰਕ ਸਪਤ ਕੋ ਭਾ ਬਰਿਆਈ। ਪਰ ਇੱਥੇ ਤੇ ਜ਼ਬਰਦਸਤੀ ਸਾਤਾ ਪੈ ਗਿਆ ਹੈ। ਅਬ ਘਰ ਜਾਹੋ ਸਪਤ ਸੁਤ ਪਾਵਹਿ। ਜਾ ਤੇਰੇ ਘਰ 7 ਪੁੱਤਰ ਹੋਣਗੇ। ਭਈ ਆਸ ਪੂਰੀ ਜਿਤ ਆਵਹਿ। ਜਾ ਤੇਰੀ ਪਰਮੇਸ਼ਰ ਆਸ ਪੂਰੀ ਕਰੇਗਾ। 7 ਪੁੱਤਰਾਂ ਦੀ ਮਾਂ ਹੋਵੇਗੀ, 7 ਪੁੱਤਰ ਤੇਰੇ ਹੋਣਗੇ। ਹਾਂਜੀ, ਸੁਨ ਦੇਸਾਂ ਔਰ ਆਨੰਦ ਬਿਲੰਦ। ਦੇਸਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਹਨੂੰ ਤਾਂ ਸਾਰਾ ਸੰਸਾਰ ਦਾ ਹੀ ਸੁੱਖ ਲੱਭ ਗਿਆ। ਇੱਕ ਪੁੱਤਰ ਮੰਗਣ ਆਈ ਸੀ, 7 ਪੁੱਤਰਾਂ ਦਾ ਵਰ ਮਿਲ ਗਿਆ। ਧੰਨ ਗੁਰੂ ਕਹਿ ਨਮਹਿ ਸੋ ਬੰਦ। ਤੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੀ ਧੰਨ ਮੇਰੀਆਂ ਪੀਰੀਆਂ ਦੇ ਮਾਲਕ ਸੱਚੇ ਪਾਤਸ਼ਾਹ, ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਹੋ ਧੰਨ ਹੋ ਧੰਨ ਹੋ। ਧੰਨ ਧੰਨ ਲੋਗਨ ਕੇ ਰਾਜਾ, ਦੁਸ਼ਟਨ ਦਾਹੇ ਗਰੀਬ ਨਿਵਾਜਾ। ਲੈ ਕਰ ਬਰ ਕੋ ਕਰ ਹੈ ਸਿਧਾਰੀ। ਕਹਿੰਦੇ ਬੜੀ ਖੁਸ਼ ਹੋਈ। ਤੇ ਮਹਾਰਾਜ ਕਹਿੰਦੇ ਮਾਈ 7 'ਚੋਂ ਸਾਨੂੰ ਕਿਹੜਾ ਦੇਵੇਂਗੀ, ਸਾਨੂੰ ਕਿੰਨੇ ਪੁੱਤਰ ਦੇਵੇਂਗੀ? ਕਹਿਣ ਲੱਗੀ ਜੀ ਇੱਕ ਤਾਂ ਮੇਰਾ ਖੇਤੀ ਕਰਿਆ ਕਰੇਗਾ, ਹਲ ਵਾਹੇਗਾ, ਇੱਕ ਮੇਰਾ ਖੂਹ ਗੇੜੇਗਾ, ਇੱਕ ਕਹਿੰਦਾ ਲਾਣੇਦਾਰੀ ਕਰੇਗਾ, ਇੱਕ ਮਾਲ ਡੰਗਰ ਸਾਂਭੇਗਾ, ਇੱਕ ਆ ਪੱਠਾ ਲਿਆਏਗਾ,
ਸੱਤਾਂ ਦੇ ਕੰਮ ਗਿਣਾਤੇ ਤੇ ਕਹਿੰਦੀ ਹੈ ਸਾਰੇ ਤੁਹਾਡੇ ਹੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਚੰਗਾ, ਜਦੋਂ ਸਮਾਂ ਆਵੇਗਾ ਸੇਵਾ ਕਰਨਗੇ। ਉਹ ਸੱਤੇ ਪੁੱਤਰ ਮਾਤਾ ਦੇ ਸ੍ਰੀ ਅਨੰਦਪੁਰ ਸਾਹਿਬ 10ਵੇਂ ਪਾਤਸ਼ਾਹ ਦੀ ਫੌਜ 'ਚ ਭਰਤੀ ਹੋਏ। ਸੱਤੇ ਭਰਾ ਮਹਾਰਾਜ ਦੀ ਸੇਵਾ 'ਚ ਰਹੇ, ਜੰਗਾਂ ਯੁੱਧਾਂ 'ਚ ਲੜਦੇ, ਸ਼ਹੀਦੀਆਂ ਪਾਉਂਦੇ ਰਹੇ। ਇਸ ਤਰ੍ਹਾਂ ਸਤਿਗੁਰੂ 6ਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਉਸ ਮਾਈ ਨੂੰ, ਜਿਹਦੀ ਕੁੱਖ ਨੂੰ ਭਾਗ ਲੱਗ ਹੀ ਨਹੀਂ ਸੀ ਸਕਦੇ, ਡਾਕਟਰਾਂ, ਹਕੀਮਾਂ, ਵੈਦਾਂ ਨੇ ਵੀ ਜਵਾਬ ਦਿੱਤਾ ਸੀ ਵੀ ਇਹਦਾ ਪੁੱਤ ਨਹੀਂ ਹੋ ਸਕਦਾ। ਬੜੇ ਬੜੇ ਬਾਬੇ, ਧਾਗੇ ਤਬੀਦ ਕਰਨ ਵਾਲੇ, ਟੂਣੇ ਟਾਮਣ ਕਰਨ ਵਾਲੇ ਵੀ ਬੜੀਆਂ ਦੁਆਵਾਂ ਦੇ ਚੁੱਕੇ ਸੀ, ਕੁਛ ਨਹੀਂ ਸੀ ਬਣਿਆ। ਅੱਜ ਮੇਰੇ ਪਾਤਸ਼ਾਹ ਨੇ, ਗੱਲ ਤੇ ਮਾਈ ਦੀ ਸ਼ਰਧਾ ਦੀ ਸੀ, ਕਿ ਕੈਸੀ ਕਮਾਲ ਦੀ ਸ਼ਰਧਾ। ਕਹਿੰਦੀ ਲਿਖਣਾ ਤੇ ਤੁਸੀਂ ਸੀ ਸੱਚੇ ਪਾਤਸ਼ਾਹ, ਉੱਥੇ ਨਹੀਂ ਲਿਖਿਆ, ਇੱਥੇ ਲਿਖ ਦਿਓ। ਤੇ ਹਜੂਰ ਨੇ ਲਿਖਿਆ, ਏਕਾ ਬਣ ਗਿਆ ਸਾਤਾ, 7 ਪੁੱਤਰ ਮਾਈ ਦੇ ਘਰ ਹੋਏ ਹਨ। ਜਹ ਕਹਿ ਕਿਤ ਬਿਸਤਾਰੀ। ਸਾਧ ਸੰਗਤ ਜੀ, ਜਿੱਥੇ ਕਿੱਥੇ ਉਸ ਮਾਈ ਨੇ ਗੱਲ ਪ੍ਰਚਾਰ ਦਿੱਤੀ। ਕਹਿੰਦੀ ਗੁਰੂ ਹਰਗੋਬਿੰਦ ਸਾਹਿਬ ਦੀਨ ਦੁਨੀਆ ਦੇ ਮਾਲਕ ਨੇ, ਇਸ ਜਹਾਨ ਦੇ ਵੀ ਉਸ ਜਹਾਨ ਦੇ ਵੀ ਮਾਲਕ ਨੇ, ਜਿਹੜੇ ਆਪਣੇ ਸੇਵਕਾਂ ਨੂੰ ਮੂੰਹ ਮੰਗੀਆਂ ਦਾਤਾਂ ਦੇਣ ਵਾਲੇ ਹਨ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੈ। ਸ਼੍ਰੀ ਹਰਗੋਬਿੰਦ ਚੰਦ ਬਿਲੰਦੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਹਾਬਲੀ ਜੋਧੇ, 5 ਪਿਆਲੇ 5 ਪੀਰ, ਛਟਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ, ਮੂਰਤ ਹਰਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰਉਪਕਾਰੀ। ਹਾਂਜੀ। ਗਏ ਅਖੇਰ ਬ੍ਰਿਤੀ ਆਨੰਦੇ। ਮਹਾਰਾਜ ਮਾਈ ਸੁਲੱਖਣੀ ਨੂੰ, ਇਹਦਾ ਸਾਧ ਸੰਗਤ ਜੀ ਨਾਮ ਇਤਿਹਾਸ ਵਿੱਚ ਦੇਸਾਂ ਜ਼ਿਆਦਾ ਆਉਂਦਾ, ਪਰ ਨਾਮ ਸੁਲੱਖਣੀ ਵੀ ਨਾਲ ਲਿਖਿਆ ਹੋਇਆ ਮਿਲਦਾ। ਕੁਝ ਵਿਦਵਾਨਾਂ ਦਾ ਮਤ ਹੈ ਵੀ ਸੁਲੱਖਣੀ ਹੋਰ ਸੀ, ਦੇਸਾਂ ਹੋਰ ਸੀ, ਪਰ ਸਾਖੀ ਇੱਕੋ ਹੀ ਆਉਂਦੀ ਇਤਿਹਾਸ ਵਿੱਚ। ਤੇ ਮਹਾਂਪੁਰਸ਼ਾਂ ਤੋਂ ਅਸੀਂ ਸੁਣਿਆ ਕਿ ਜਦੋਂ ਮਹਾਰਾਜ ਨੇ ਉਹਨੂੰ ਵਰ ਦੇ ਦਿੱਤਾ ਨਾ, ਪਹਿਲਾ ਨਾਮ ਦੇਸਾਂ ਹੀ ਸੀਗਾ। ਪਹਿਲਾਂ ਉਹ ਨਾਂ ਉਹਦੇ ਪੇਕਿਆਂ ਨੇ ਦੇਸਾਂ ਰੱਖਿਆ ਸੀ, ਤੇ ਦੇਸਾਂ ਨੂੰ ਮਹਾਰਾਜ ਨੇ ਵਰ ਦਿੱਤਾ, 7 ਪੁੱਤਰ ਹੋਏ। ਤੇ ਜਦੋਂ 7 ਪੁੱਤਰ ਹੋਏ ਤੇ ਫਿਰ ਸਾਰੀ ਦੁਨੀਆ ਕਹਿਣ ਲੱਗੀ ਇਹ ਸੁਲੱਖਣੀ ਹੈ, ਇਹ ਸੋਹਣੇ ਲੱਛਣਾਂ ਵਾਲੀ, ਜਿਹਨੂੰ ਗੁਰੂ ਨੇ ਵਰ ਦਿੱਤੇ, ਇਹਨੂੰ ਭਾਗ ਲੱਗ ਗਏ। ਸੋ ਇਸ ਕਰਕੇ ਸਾਧ ਸੰਗਤ ਜੀ, ਦੋਵੇਂ ਹੀ ਨਾਮ ਸਤਿਕਾਰਯੋਗ ਮਾਤਾ ਜੀ ਦੇ ਹਨ। ਇਹਨਾਂ ਨੂੰ ਬਖਸ਼ਿਸ਼ ਕਰਕੇ ਤੇ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਚਾਲਾ ਪਾ ਕੇ ਸ਼ਿਕਾਰ ਖੇਡਣ ਗਏ ਹਨ। ਉਬੜ ਜਿਤ ਦਿਸ਼ ਘਨੀ ਨਿਹਾਰੀ। ਜਿੱਧਰ ਬਹੁਤ ਸੰਘਣਾ ਜੰਗਲ ਸੀਗਾ, ਸ਼ਿਕਾਰ ਉਸ ਜੰਗਲ ਵਿੱਚ ਜਾ ਕੇ ਖੇਡਿਆ ਹੈ। ਗਈ ਤਹਾਂ ਪ੍ਰਭ ਕੀ ਅਸਵਾਰੀ। ਮਹਾਰਾਜ ਘੋੜੇ ਤੇ ਸਵਾਰ, ਫੌਜਾਂ ਸਮੇਤ, ਬਾਜ, ਸ਼ਿਕਰੇ, ਸੀਚਾਨੇ, ਕੁਈਆਂ, ਲਗਰ, ਝਗਰ ਵਗੈਰਾ ਸ਼ਿਕਾਰੀ ਪੰਛੀ ਔਰ ਸ਼ਿਕਾਰੀ ਕੁੱਤੇ ਲੈ ਕੇ ਪਹੁੰਚ ਗਏ ਹਨ ਸ਼ਿਕਾਰਗਾਹ ਦੇ ਵਿੱਚ। ਦੋਹਰਾ ਬਹਿਸਲਤਾ ਐਰਾਵਤੀ। ਸਾਧ ਸੰਗਤ ਜੀ, ਜੋ ਰਾਵੀ ਨਦੀ ਵਗਦੀ ਹੈ, ਅੱਜ ਕੱਲ੍ਹ ਉਹਨੂੰ ਰਾਵੀ ਕਹਿੰਦੇ ਆ, ਪੁਰਾਤਨ ਨਾਮ ਐਰਾਵਤੀ ਹੈ। ਉਸ ਰਾਵੀ ਨਦੀ ਦੇ ਕੰਢੇ ਤੇ ਸਤਿਗੁਰੂ ਜੀ ਸ਼ਿਕਾਰ ਖੇਡ ਰਹੇ ਹਨ। ਤਿਸ ਤੇ ਉਰੇ ਕਿਤੇਕ। ਉਸ ਤੋਂ ਉਰਾ ਕਈ ਮੀਲ ਖੁੱਲ੍ਹਾ ਝੱਲ ਹੁੰਦਾ ਸੀ। ਅੱਜ ਇਹਨੂੰ ਕਾਹਨੂੰਵਾਨ ਦਾ ਛੰਭ ਵੀ ਕਹਿੰਦੇ ਆ, ਇਹ ਵੀ ਉਸੇ ਇਲਾਕੇ ਵਿੱਚ ਹੈ, ਕਿਉਂਕਿ ਮਹਾਰਾਜ ਰਮਦਾਸ ਪਿੰਡ ਬਾਬਾ ਬੁੱਢਾ ਜੀ ਦੇ ਭੋਗ ਤੋਂ ਬਾਅਦ ਉੱਥੇ ਹੀ ਠਹਿਰੇ ਹੋਏ ਸਨ। ਰਾਵੀ ਦਾ ਕਿਨਾਰਾ ਨੇੜੇ ਹੈ। ਰਾਵੀ ਦੇ ਉਰਲੇ ਪਾਸੇ ਮਹਾਰਾਜ ਸ਼ਿਕਾਰ ਖੇਡਦੇ ਫਿਰਦੇ ਹਨ। ਵਿਚਰਤ ਹੇਤ ਸ਼ਿਕਾਰ ਕੇ। ਮਹਾਰਾਜ ਸ਼ਿਕਾਰ ਦੇ ਵਾਸਤੇ ਵਿਚਰਦੇ ਹਨ। ਸ਼੍ਰੀ ਗੁਰ ਜਲਦ ਵਿਵੇਕ। ਮਹਾਰਾਜ ਜੋ ਗਿਆਨ ਦੇ ਸਮੁੰਦਰ ਹਨ, ਬ੍ਰਹਮ ਗਿਆਨ ਸਤਿਗੁਰਾਂ ਦੇ ਹਿਰਦੇ ਵਿੱਚ ਹੈ, ਤੇ ਬਾਹਰੀ ਰਾਜਿਆਂ ਵਾਲੀ ਲੀਲਾ ਕਰ ਰਹੇ ਹਨ, ਬਾਦਸ਼ਾਹਾਂ ਵਾਲੀ। ਮੀਰੀ ਔਰ ਪੀਰੀ ਦੋਵਾਂ ਦੇ ਮਾਲਕ। ਮੀਰੀ ਸਾਧ ਸੰਗਤ ਜੀ ਬਾਦਸ਼ਾਹੀ ਨੂੰ ਕਹਿੰਦੇ ਆ। ਰਾਜ ਸੱਤਾ ਸੱਚੇ ਪਾਤਸ਼ਾਹ ਜੀ ਨੇ ਮੀਰੀ ਤੇ ਪੀਰੀ ਦੋਵੇਂ ਇਕੱਠੀਆਂ ਕੀਤੀਆਂ। ਦੋਵੇਂ ਤੇਗਾਂ ਗਾਤਰੇ ਪਾਈਆਂ, 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਮਹਾਰਾਜ ਸੱਚੇ ਪਾਤਸ਼ਾਹ ਨੇ 2 ਤਲਵਾਰਾਂ ਬੰਨ੍ਹੀਆਂ।
ਇੱਕ ਅਮੀਰੀ ਦੀ, ਬਾਦਸ਼ਾਹੀ ਦੀ, ਰਾਜ ਸੱਤਾ ਦੀ, ਇੱਕ ਪੀਰੀ ਦੀ, ਭਗਤੀ ਤੇ ਗਿਆਨ ਦੀ। ਸੱਚੇ ਪਾਤਸ਼ਾਹ ਮਹਾਰਾਜ ਸ਼ਿਕਾਰ ਖੇਡ ਰਹੇ ਹਨ। ਚੌਪਈ ਦੇਖੀ ਜਬ ਉਦਿਆਨ ਮਹਾਨ। ਬੜਾ ਸੰਘਣਾ ਜੰਗਲ ਹੈ, ਉਸ ਜੰਗਲ ਵਿੱਚ ਸਤਿਗੁਰੂ ਸ਼ਿਕਾਰ ਖੇਡਣ ਪਹੁੰਚੇ ਹਨ। ਮਿਲਿਓ ਏਕ ਮਾਨਵ ਤਹ ਆਨ। ਉਹਨੇ ਨੂੰ ਇੱਕ ਬੰਦਾ ਉੱਥੇ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਮਿਲਿਆ ਹੈ। ਹਿੰਦੂ ਹੁਤੋ ਹੇਰ ਗੁਰਪੂਰਨ। ਉਹ ਹਿੰਦੂ ਸੀਗਾ, ਬੜਾ ਦੁਖੀ ਸੀ, ਤੇ ਮਹਾਰਾਜ ਪੂਰੇ ਸਤਿਗੁਰਾਂ ਦਾ ਜਾਹੋ ਜਲਾਲ ਵੇਖ ਕੇ ਹਾਜ਼ਰ ਹੋਇਆ ਹੈ। ਚਰਨ ਕਮਲ ਬੰਦੇ ਤਿਨ ਤੂਰਨ। ਉਸ ਹਿੰਦੂ ਨੇ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ। ਪੁਨ ਕਰ ਜੋਰ ਬਤਾ ਇਸ ਬਾਤ। ਮਹਾਰਾਜ ਨੂੰ ਹੱਥ ਜੋੜ ਕੇ ਆਪਣਾ ਦੁਖੜਾ ਰੋ ਕੇ ਸੁਣਾਇਆ। ਨਿਕਟ ਦੁਸ਼ਟ ਗੋ ਕਰਤੇ ਕਹਾਤ। ਮਹਾਰਾਜ, ਸਾਡੇ ਇਲਾਕੇ ਵਿੱਚ ਤੁਰਕ ਬੜਾ ਸਾਨੂੰ ਦੁੱਖ ਦਿੰਦੇ ਹਨ। ਸਾਡੀਆਂ ਬਹੂਆਂ ਬੇਟੀਆਂ ਦੀ ਇੱਜ਼ਤ ਵੀ ਉਹ ਸੁਰੱਖਿਅਤ ਨਹੀਂ ਛੱਡਦੇ। ਸਾਡੇ ਘਰੋਂ ਮਾਲ ਡੰਗਰ ਖੋਹ ਕੇ ਲੈ ਜਾਂਦੇ, ਸਾਡੇ ਸਾਹਮਣੇ ਗਊਆਂ ਮਾਰ ਦਿੰਦੇ ਹਨ। ਤਿਨ ਕੇ ਬਸਨ ਹੈ ਆਵਤ ਸੋਈ। ਤੇ ਮਹਾਰਾਜ, ਉਹਨਾਂ ਤੇ ਸਾਡਾ ਕੋਈ ਜ਼ੋਰ ਨਹੀਂ ਚੱਲਦਾ। ਉਹ ਤੁਰਕਾਂ ਨੂੰ, ਮੁਸਲਮਾਨਾਂ ਨੂੰ ਕੋਈ ਰੋਕਣ ਵਾਲਾ ਨਹੀਂ। ਸਰਕਾਰ ਉਹਨਾਂ ਦੇ ਪੱਖ ਦੀ ਹੈ, ਸਾਡੀ ਕੋਈ ਨਹੀਂ ਸੁਣਦਾ। ਸਰਕਾਰ ਉਹਨਾਂ ਦੀ ਹੈ, ਉਹ ਜ਼ਬਰਦਸਤੀ ਸਾਡੇ ਘਰਾਂ ਵਿੱਚ ਵੜ ਜਾਂਦੇ ਨੇ ਤੇ ਮਹਾਰਾਜ ਸਾਡੀਆਂ ਬਹੂਆਂ ਬੇਟੀਆਂ, ਧੀਆਂ ਭੈਣਾਂ ਦੀ ਇੱਜ਼ਤ ਖਰਾਬ ਕਰਦੇ ਨੇ। ਸਾਨੂੰ ਬਹੁਤ ਜ਼ਿਆਦਾ ਦੁਰਕਾਰ ਕੇ ਰੱਖਦੇ ਨੇ, ਪੈਰ ਦੀ ਜੁੱਤੀ ਤਰ੍ਹਾਂ ਰੱਖਦੇ ਨੇ ਸਾਨੂੰ। ਸਾਧ ਸੰਗਤ ਜੀ, ਇਹ ਤਾਂ 700 ਸਾਲ ਮੁਹੰਮਦ ਬਿਨ ਕਾਸਿਮ ਤੋਂ, ਮੁਹੰਮਦ ਗੋਰੀ ਤੋਂ ਲੈ ਕੇ ਔਰੰਗਜ਼ੇਬ ਤੱਕ ਦਾ ਇਤਿਹਾਸ ਪੜ੍ਹ ਲਓ। ਹਿੰਦੁਸਤਾਨ ਨੂੰ ਮੁਗਲਾਂ ਨੇ, ਪਠਾਣਾਂ ਨੇ, ਚੁਗੱਤਿਆਂ ਨੇ, ਕਈ ਮੁਗਲਾਂ ਦੇ, ਮੁਸਲਮਾਨਾਂ ਦੇ ਕਈ ਖਾਨਦਾਨ ਹੋਏ ਨੇ। ਗੁਲਾਮ ਵੰਸ਼ ਹੋਇਆ ਔਰ ਇਸੇ ਤਰ੍ਹਾਂ ਮੁਗਲ ਵੰਸ਼ ਹੋਇਆ। ਉਸ ਤੋਂ ਪਹਿਲਾਂ ਪਠਾਣਾਂ ਦਾ ਵੀ ਰਾਜ ਰਿਹਾ ਹੈ। ਇਹ ਬਹੁਤ ਜ਼ੁਲਮ ਕਰਿਆ ਕਰਦੇ ਸਨ। ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿੱਚ ਲਿਖਿਆ, ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰਾ। ਗਊ ਗਰੀਬ ਨੂੰ ਮਾਰਦੇ ਸਨ, ਧਰਤੀ ਤੇ ਪਾਪ ਕਰਦੇ ਸਨ, ਜ਼ੁਲਮ ਕਰਦੇ ਸਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਉਹ ਗਰੀਬ ਅਰਦਾਸ ਕਰਦਾ ਹਿੰਦੂ, ਕਹਿੰਦਾ ਮਹਾਰਾਜ, ਸਾਡਾ ਜੀਉਣਾ ਮੁਹਾਲ ਹੋ ਗਿਆ, ਸਾਡੀ ਜ਼ਿੰਦਗੀ ਕੋਈ ਨਹੀਂ, ਅਸੀਂ ਬੜੇ ਦੁਖੀ ਹਾਂ। ਕਰਤ ਓਜ ਕੋ ਮੈਂ ਤਹ ਜੋਈ। ਮਹਾਰਾਜ, ਉਹ ਜਿਹੜੇ ਤੁਰਕ ਨੇ ਜ਼ਬਰਦਸਤੀ ਜ਼ੋਰ ਦਿਖਾਈ ਕਰਦੇ ਨੇ, ਸਾਡੇ ਨਾਲ ਆਪਣਾ ਜ਼ੋਰ ਦਿਖਾਉਂਦੇ ਨੇ। ਸੁਣ ਸਤਿਗੁਰ ਸੋ ਆਗੇ ਕਰਿਓ। ਮਹਾਰਾਜ, ਸਾਨੂੰ ਉਹਨਾਂ ਤੋਂ ਬਚਾਓ। ਉਸ ਹਿੰਦੂ ਦੀ ਪੁਕਾਰ ਸੁਣ ਕੇ ਮਹਾਰਾਜ ਕਹਿੰਦੇ, 10 ਕਿੱਥੇ ਰਹਿੰਦੇ ਨੇ, ਜਰਾ ਸਾਨੂੰ ਵਿਖਾ ਤਾਂ ਸਹੀ, ਵੇਖੀਏ ਕਿੰਨਾ ਕੁ ਜ਼ੋਰ ਹੈ ਉਹਨਾਂ ਵਿੱਚ। ਹੈ ਤਵਾਏ ਚਾਲੇ ਰਿਸ ਧਰਿਓ। ਸ਼ਿਕਾਰ ਖੇਡਣ ਜਾਣਾ ਸੀ, ਗੁਰੂ ਸਾਹਿਬ ਉਧਰ ਨੂੰ ਤੁਰ ਪਏ ਹਨ ਫੌਜਾਂ ਸਮੇਤ। ਹੁਤੇ ਨਿਕਟ ਹੀ ਜਾਏ ਨਿਹਾਰੇ। ਉਹ ਨੇੜੇ ਹੀ 2-4 ਮੀਲ ਦੇ ਉੱਤੇ ਪਿੰਡ ਸੀਗਾ, ਜਿੱਥੋਂ ਦੇ ਤੁਰਕ ਹਿੰਦੂਆਂ ਉੱਤੇ ਬੜਾ ਜ਼ੁਲਮ ਕਰਦੇ ਸਨ। ਮਹਾਰਾਜ ਨੇ ਜਾ ਵੇਖਿਆ ਪਿੰਡ। ਖੜਗ ਨਿਕਾਸਿਓ ਤਤ ਛਿਨ ਮਾਰੇ। ਉਸੇ ਵੇਲੇ ਤੇਗਾਂ ਕੱਢ ਕੇ ਗੁਰੂ ਕੇ ਸਿੱਖ ਪੈ ਗਏ ਤੇ ਪਲੋ ਪਲੀ ਦੇ ਵਿੱਚ ਸਫਾਈਆਂ ਕਰ ਦਿੱਤੀਆਂ। ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ। ਇਹ ਮਹਾਰਾਜ ਦਾ ਬਿਰਧ ਹੈ। ਜਿਹੜਾ ਅੱਗੋਂ ਅੜੇਗਾ ਉਹ ਝੜਕ ਦਿੱਤਾ ਜਾਏਗਾ, ਜਿਹੜਾ ਸ਼ਰਨ ਪਏਗਾ ਸੋ ਤਰੇਗਾ। ਸੋ ਖਾਲਸੇ ਨੇ ਤੇਗਾਂ ਧੂ ਲਈਆਂ ਤੇ ਪੈ ਗਏ ਉਹਨਾਂ ਜ਼ਾਲਮਾਂ ਦੇ ਗਲ। ਭਜ ਚਲੇ ਕੁਛ ਘੇਰ ਪ੍ਰਹਾਰੇ। ਕਹਿੰਦੇ ਕੁਝ ਭੱਜ ਕੇ ਦੌੜ ਕੇ ਤੇ ਕੁਝ ਘੇਰ ਕੇ ਮਾਰ ਦਿੱਤੇ। ਖੰਡ ਖੰਡ ਕਰ ਧਰ ਪਰ ਡਾਰੇ। ਟੋਟੇ ਟੋਟੇ ਕਰਕੇ ਸੁੱਟ ਦਿੱਤੇ। ਹੰਕਾਰੀ ਜਿਹੜੇ ਗਰੀਬਾਂ ਨੂੰ ਤੰਗ ਕਰਦੇ, ਦੁੱਖ ਦਿੰਦੇ ਸਨ। ਗ੍ਰਾਮ ਸਮੀਪ ਹੁਤੋ ਤਿਨ ਕੇਰਾ। ਉਹਨਾਂ ਦਾ ਪਿੰਡ ਨੇੜੇ ਸੀਗਾ ਤੇ ਬਹੁਤ ਜ਼ਾਲਮ ਸਨ। ਇੱਕ ਜਗ੍ਹਾ ਦੀ ਗੱਲ ਨਹੀਂ, ਇਹ ਪੂਰੇ ਹਿੰਦੁਸਤਾਨ ਦਾ ਹੀ ਇਹ ਸਾਧ ਸੰਗਤ ਜੀ ਇਤਿਹਾਸ ਰਿਹਾ ਹੈ। ਕਸ਼ਮੀਰ ਦੀ ਆਪਾਂ ਗੱਲ ਕਰਦੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਮੇਂ ਸੂਬਾ ਸ਼ੇਰ ਅਫਗਾਨ ਨੇ 1.25 ਮਣ ਜਨੇਊ ਔਰੰਗਜ਼ੇਬ ਦੇ ਸਮੇਂ ਤੋੜ ਕੇ ਰੋਜ਼ ਰੋਟੀ ਖਾਣੀ ਤੇ ਜ਼ੁਲਮ ਕਰਨਾ। ਗੁਰੂ ਸਾਹਿਬ ਦੇ ਚਰਨਾਂ ਵਿੱਚ ਕਸ਼ਮੀਰੀ ਪੰਡਤ ਆਏ, ਕਹਿੰਦੇ ਸੱਚੇ ਪਾਤਸ਼ਾਹ ਸਾਡਾ ਧਰਮ ਬਚਾਓ। ਬਾहें ਹਮਾਰੀ ਪਕੜੀਏ ਗੁਰੂ ਹਰਗੋਬਿੰਦ ਕੇ ਨੰਦ। ਹੇ ਗੁਰੂ ਹਰਗੋਬਿੰਦ ਦੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ, ਸਾਡੀ ਬਾਂਹ ਫੜੋ, ਸਾਨੂੰ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਬਚਾਓ। ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਮਜ਼ਲੂਮ ਕੌਮ ਦੀ ਬਾਂਹ ਫੜੀ ਸੀ
ਅੱਜ ਗੱਲ ਵੱਖਰੀ ਹੋ ਗਈ, ਉਹ ਭੁੱਲ ਹੀ ਗਏ ਉਸ ਇਤਿਹਾਸ ਨੂੰ, ਉਸ ਤਵਾਰੀਖ ਨੂੰ ਜਿਹੜਾ ਸੱਚੇ ਪਾਤਸ਼ਾਹ ਜੀ ਨੇ ਇਤਿਹਾਸ ਦਾ ਪਾਸਾ ਪਲਟਿਆ ਸੀ। ਉਹ ਉਹਨਾਂ ਨੇ ਸਕੂਲਾਂ ਕਾਲਜਾਂ 'ਚ ਪੜ੍ਹਾਉਣਾ ਵੀ ਬੰਦ ਕਰ ਦਿੱਤਾ। ਇੱਕ ਅਸੀਂ ਹਾਂ ਵੀ ਅਸੀਂ ਕਹਿੰਦੇ ਹਾਂ ਵੀ ਅਸੀਂ ਸੁਣਾਉਣਾ ਵੀ ਬੰਦ ਕਰ ਦਈਏ। ਉਹ ਤਾਂ ਸਾਡਾ ਇਤਿਹਾਸ ਖਤਮ ਕਰਨਾ ਹੀ ਚਾਹੁੰਦੇ ਆ, ਅਤੇ ਅਸੀਂ ਵੀ ਚਾਹੁੰਦੇ ਹਾਂ ਵੀ ਅਸੀਂ ਆਪਣਾ ਇਤਿਹਾਸ ਬੰਦ ਕਰ ਦਈਏ, ਕਿਸੇ ਨੂੰ ਸੁਣਾਈਏ ਹੀ ਨਾ। ਇਹ ਅਸੀਂ ਨਹੀਂ ਕਹਿ ਰਹੇ, ਸਾਡੇ 'ਚ ਕਹਿੰਦੇ ਕੋਈ ਹੋਰ ਹੀ ਬੋਲਦਾ ਜਿਹੜਾ ਚਾਹੁੰਦਾ ਵੀ ਸਿੱਖਾਂ ਦਾ ਇਤਿਹਾਸ, ਗੁਰੂਆਂ ਦਾ ਇਤਿਹਾਸ ਖਤਮ ਹੋ ਜਾਏ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਧ ਸੰਗਤ ਜੀ ਇਸ ਹਿੰਦੂ ਧਰਮ ਦੀ ਰਾਖੀ ਕੀਤੀ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਦੀ ਰਾਖੀ ਕੀਤੀ ਹੈ। ਕਲਗੀਧਰ ਪਾਤਸ਼ਾਹ ਨੇ ਇਸ ਧਰਮ ਦੀ ਰਾਖੀ ਕੀਤੀ ਹੈ। ਅੱਜ ਅਫਸੋਸ ਹੈ ਵੀ ਅਸੀਂ ਉਸ ਇਤਿਹਾਸ ਨੂੰ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹਾਉਣਾ ਬੰਦ ਕਰਕੇ ਅਤੇ ਉਹਦੀ ਥਾਂ 'ਤੇ ਗੁਰੂਆਂ ਦੀ ਨਿੰਦਾ ਵਾਲਾ ਇਤਿਹਾਸ, ਗੁਰੂ ਸਾਹਿਬ ਜੀ ਮਹਾਰਾਜ ਦੀ ਮਹਿਮਾ ਘਟਾਉਣ ਵਾਲਾ ਇਤਿਹਾਸ ਸੁਣਾਇਆ ਜਾ ਰਿਹਾ। ਖਾਲਸਾ ਜੀ, ਇਹ ਸਾਡੀ ਜ਼ਿੰਮੇਵਾਰੀ ਹੈ ਹੁਣ ਵੀ ਆਪਾਂ ਆਪਣੇ ਬੱਚਿਆਂ ਨੂੰ ਇਤਿਹਾਸ ਸੁਣਾਈਏ ਤਾਂ ਕਿ ਸਾਡਾ ਖਾਲਸਾ ਪੰਥ ਚੜ੍ਹਦੀਆਂ ਕਲਾਂ ਵਿੱਚ ਰਹੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਹੁੰਚ ਗਏ ਹਨ ਅਤੇ ਉਸ ਪਿੰਡ ਦੇ ਵਿੱਚ ਸੋਧਾ ਲਾਇਆ ਜ਼ਾਲਮਾਂ ਨੂੰ। ਸੁਣਿਓ ਰੌਰਤ ਹੈ ਤਿਸ ਬੇਰਾ। ਕਹਿੰਦੇ ਜਦੋਂ ਰੌਲਾ ਸੁਣਿਆ ਅਤੇ ਉਹ ਜਿਹੜੇ ਤੁਰਕ ਸੀ ਉਹ ਦੌੜੇ ਹਨ। ਚਾਂਪ ਬੰਦੂਕ ਸੰਭਾਰਤ ਆਏ। ਉਹ ਬੰਦੂਕਾਂ ਲੈ ਕੇ, ਤੀਰ ਕਮਾਨ ਲੈ ਕੇ ਲੜਨ ਨੂੰ ਆ ਗਏ ਅੱਗੋਂ ਦੀ। ਮਰੇ ਦੇਖ ਕਰ ਸਮੁਖ ਚਲਾਏ। ਤੇ ਸਾਹਮਣੇ ਵੇਖ ਕੇ ਗੋਲੀ ਚੱਲੀ, ਦੋਵਾਂ ਪਾਸਿਆਂ ਤੋਂ ਲੜਾਈ ਸ਼ੁਰੂ ਹੋ ਗਈ। ਸਭ ਸੈਨਾ ਗੁਰ ਕੀ ਤਬ ਤਹਾਈ। ਗੁਰੂ ਦੀ ਸਾਰੀ ਫੌਜ ਜਿਹੜੀ ਸ਼ਿਕਾਰ ਖੇਡਣ ਚੜੀ ਸੀ ਜੰਗ ਵਿੱਚ ਜੁੱਝ ਗਈ। ਤਜੀ ਤਫੰਗ ਸ਼ਲਖ ਸਮੁਦਾਈ। ਕਾੜ ਕਾੜ ਕਰਦੀਆਂ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਸੂਰਮਿਆਂ ਨੇ। ਗੁਲਕਾਂ ਲੱਗੀ ਮਰੇ ਇੱਕ ਵਾਰੀ। ਕਹਿੰਦੇ ਗੋਲੀਆਂ ਲੱਗੀਆਂ ਤੇ ਬਹੁਤ ਤੁਰਕ ਮਾਰੇ ਗਏ। ਭਾਜੇ ਜੀਤ ਤਰਾਸ ਕੋ ਤਹਰੀ। ਜਿਹੜੇ ਕੁਝ ਜਿਉਂਦੇ ਸੀ ਉਹ ਭੱਜ ਗਏ ਤੇ ਬਾਕੀ ਸੋਧਾ ਲੱਗ ਗਿਆ। ਸਾਰੇ ਝਟਕ ਮਾਰ ਦਿੱਤੇ, ਤੇਗਾਂ ਨਾਲ ਝਟਕ ਦਿੱਤੇ, ਗੋਲੀਆਂ ਨਾਲ ਭੁੰਨ ਦਿੱਤੇ। ਗ੍ਰਾਮ ਛਾਪਰੀ ਕੋ ਗਨ ਕਹਲੇ। ਇਹ ਛਾਪਰੀ ਪਿੰਡ ਸੀ ਸਾਧ ਸੰਗਤ ਜੀ ਜਿੱਥੇ ਇਹ ਜੰਗ ਹੋਇਆ ਤੇ ਉਥੋਂ ਛਾਪਰੀ ਦੇ ਤੁਰਕ ਸਾਰੇ ਸੋਧੇ ਗਏ। ਬਸ ਹੈ ਜਮਨ ਜੇ ਅੱਗੀ ਵਿਸਾਲੇ। ਇਹ ਬੜੇ ਪਾਪੀ ਲੋਕ ਸਨ, ਮਾਰਨ ਗਊ ਗਰੀਬ ਨੂੰ, ਧਰਤੀ ਉੱਪਰ ਪਾਪ ਬਿਥਾਰਾ। ਪਾਪ ਕਰਦੇ ਸਨ, ਮੁਜਲਿਮਾਂ ਨੂੰ, ਗਰੀਬਾਂ ਨੂੰ, ਗਊਆਂ ਨੂੰ ਮਾਰਦੇ ਸਨ। ਸੁਪਾਟ ਪਹੁੰਚ ਤਿਨ ਆਗ ਲਗਾਈ। ਗੁਰੂ ਕੀ ਫੌਜ ਨੇ ਜਾ ਕੇ ਫਿਰ ਸੋਧਾ ਲਾ ਦਿੱਤਾ, ਅੱਗ ਲਾ ਦਿੱਤੀ। ਜਰ ਕਰ ਛਾਰ ਪਹੀ ਸਮੁਦਾਈ। ਛਾਪਰੀ ਦਾ ਨਾਸ ਕਰ ਦਿੱਤਾ, ਨਾਮੋ ਨਿਸ਼ਾਨ ਮਿਟਾ ਦਿੱਤਾ ਤੁਰਕਾਂ ਦਾ। ਪਾਪੇ ਤੁਰਕ ਜਿਤਕ ਤਹ ਹੇਰੇ। ਜਿੰਨੇ ਕੁ ਪਾਪੀ ਸਨ, ਗਰੀਬ ਨੂੰ ਨਹੀਂ ਮਾਰਿਆ। ਮੁਸਲਮਾਨ ਚੰਗੇ ਵੀ ਸਨ, ਇਹ ਨਹੀਂ ਵੀ ਚੰਗੇ ਮੁਸਲਮਾਨ ਵੀ ਮਾਰ ਦੇਣੇ ਨਾ। ਜਿਹੜਾ ਤੁਰਕ ਹੈ ਨਾ, ਜਿਹਦਾ ਮਨ ਬੇਈਮਾਨ ਹੈ, ਜਿਹੜਾ ਈਰਖਾਲੂ ਹੈ, ਉਹਨੂੰ ਮਹਾਰਾਜ ਨੇ ਮਾਰਿਆ। ਬਾਕੀ ਕੋਈ ਮੁਸਲਮਾਨ ਹੋਵੇ, ਹਿੰਦੂ ਹੋਵੇ, ਉਹ ਨਹੀਂ ਮਾਰਿਆ। ਜਿਹੜੇ ਜ਼ਾਲਮ ਸਨ, ਪਾਪੀ ਸਨ, ਕਾਟੇ ਖੜਗਣ ਸੋਂ ਤਿਸ ਬੇਰੇ। ਉਹ ਤੇਗਾਂ ਨਾਲ ਝੜਕ ਦਿੱਤੇ ਨੇ। ਧਰਨੀ ਤਿਹਨ ਹੋਤੀ ਤਨ ਔਰ। ਸਾਧ ਸੰਗਤ ਜੀ, ਉਸ ਵੇਲੇ ਧਰਤੀ ਜਿਹੜੀ ਸੀ ਉਹ ਗਊ ਦੀ ਤਰ੍ਹਾਂ ਸੀ, ਨਿਮਾਣੀ, ਤੇ ਉਹਦੀ ਰਾਖੀ ਲਈ ਆਏ ਸਨ ਗੁਰੂ ਸਾਹਿਬ ਜੀ। ਧਰਤੀ ਨੇ ਪੁਕਾਰ ਕੀਤੀ ਸੀ ਅਕਾਲ ਪੁਰਖ ਦੇ ਚਰਨਾਂ ਵਿੱਚ। ਗੁਰਬਾਣੀ 'ਚ ਪੰਕਤੀ ਆਉਂਦੀ ਹੈ, ਕਲਮਲ ਹੋਈ ਮੇਦਨੀ। ਮੇਦਨੀ ਧਰਤੀ ਨੂੰ ਕਹਿੰਦੇ ਨੇ। ਕਲਮਲ ਪਾਪਾਂ ਨਾਲ ਮੈਲੀ ਹੋਈ, ਪਾਪਾਂ ਨਾਲ ਲਿਬੜੀ ਹੋਈ, ਵਿਆਕਲ ਹੋਈ ਧਰਤੀ। ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵ ਲਾਏ। ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਦੀ ਹੈ, ਸੱਚੇ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿਜ ਸੁਭਾਏ। ਅਕਾਲ ਪੁਰਖ ਨੇ ਅਰਦਾਸ ਸੁਣ ਲਈ, 6ਵੇਂ ਪਾਤਸ਼ਾਹ ਦੇ ਰੂਪ 'ਚ ਪ੍ਰਗਟ ਹੋਏ ਤੇ ਜ਼ਾਲਮਾਂ ਨੂੰ ਸੋਧਾ ਲਾਇਆ। ਧਰ ਸੁਰ ਜਤ ਆਈ ਤਿਸ ਠੌਰ। ਤੇ ਸਾਧ ਸੰਗਤ ਜੀ, ਧਰਤੀ ਮਹਾਰਾਜ ਦੇ ਚਰਨਾਂ 'ਚ ਪੁਕਾਰ ਕਰਨ ਲਈ ਆਈ ਕਿ ਸੱਚੇ ਪਾਤਸ਼ਾਹ ਤੁਸੀਂ ਇੱਦਾਂ ਹੀ ਸਾਡਾ ਭਾਰ ਹੌਲਾ ਕਰੋ, ਜ਼ਾਲਮਾਂ ਨੂੰ ਸੋਧ ਕੇ, ਦੁਸ਼ਟਾਂ ਦਾ ਨਾਸ ਕਰਕੇ। ਸੋ ਖਾਲਸਾ ਜੀ, ਇਸ ਤਰ੍ਹਾਂ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਜੀ ਨੇ ਦੁਸ਼ਟਾਂ ਨੂੰ ਵੀ ਸੋਧਿਆ, ਗਊ ਗਰੀਬ ਦੀ ਰੱਖਿਆ ਕੀਤੀ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਮਹਾਬਲੀ ਸਤਿਗੁਰੂ ਜੀ ਦੀ ਇਹ ਪਾਵਨ ਕਥਾ ਅਗਲੇ ਪ੍ਰਕਰਣਾਂ ਵਿੱਚ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ।